ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਦਾ ਸਾਡਾ ਟੌਪਿਕ ਹੈ ਲੇਬਰ ਮਾਰਕੀਟ, ਮਜ਼ਦੂਰ ਬਾਜ਼ਾਰ। ਇਹਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜੀ ਆਪਣੀ ਲੇਬਰ ਮਾਰਕੀਟ ਹੈ ਉਹਦੇ ਵਿੱਚ ਜਿਹੜੀ ਲੇਬਰ ਦੀ ਵੇਜਿਸ ਹੈ ਉਹ ਕਿੱਦਾਂ ਫਿਕਸ ਹੁੰਦੀ ਆ, ਤੇ ਲੇਬਰ ਦੇ ਵਿੱਚ ਜਿਹੜੀ ਡਿਮਾਂਡ ਤੇ ਸਪਲਾਈ ਆ ਉਹ ਕਿਸ ਤਰ੍ਹਾਂ ਵੇਜਿਸ ਨੂੰ ਅਫੈਕਟ ਕਰਦੀ ਆ। ਜਿਹੜਾ ਫੈਕਟਰ ਆਫ ਪ੍ਰੋਡਕਸ਼ਨ ਦਾ ਆਪਣਾ ਸੈਕੰਡ ਰਿਸੋਰਸਿਸ ਆ, ਦੈਟ ਇਜ਼ ਆ ਲੇਬਰ ਨੂੰ ਯੂਜ਼ ਕਰਕੇ ਆਪਾਂ ਜਿਹੜੀ ਆਪਣੀ ਪ੍ਰੋਡਕਸ਼ਨ ਹੈ, ਕੋਈ ਵੀ ਪ੍ਰੋਡਿਊਸਰ ਹੈ ਕਹਿੰਦੇ ਲੇਬਰ ਨੂੰ ਹਾਊਸ ਹੋਲਡ ਸੈਕਟਰ ਤੋਂ ਲੈਂਦਾ ਹੈ ਤੇ ਉਹਦੇ ਬਦਲੇ ਉਹਨੂੰ ਕੀ ਕਰਦਾ ਹੈ, ਵੇਜਿਸ ਨੇ ਜਿਹੜੀਆਂ ਰਿਟਰਨ ਕਰਦਾ ਹੈ। ਤਾਂ ਉਹ ਵੇਜਿਸ ਨੇ ਜਿਹੜੀਆਂ ਉਹ ਕਿੰਨੀ ਫਿਕਸ ਹੁੰਦੀਆਂ ਨੇ ਲੇਬਰ ਮਾਰਕੀਟ ਦੇ ਵਿੱਚ, ਤੇ ਜਿਹੜੀ ਲੇਬਰ ਮਾਰਕੀਟ ਦੇ ਵਿੱਚ ਲੇਬਰ ਦੀ ਡਿਮਾਂਡ ਤੇ ਸਪਲਾਈ ਆ ਉਹ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ, ਤੇ ਲੇਬਰ ਮਾਰਕੀਟ ਹੁੰਦੀ ਕੀ ਆ। ਅੱਜ ਤੇ ਆਪਾਂ ਇਸ ਕਨਸੈਪਟ ਦੇ ਵਿੱਚ ਇਸ ਦੀ ਗੱਲ ਕਰਾਂਗੇ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਨੇ ਡਿਫਰੈਂਟ ਮਾਰਕੀਟ ਆਫ ਫਰਮਸ ਦੇ ਵਿੱਚ ਲਾਈਕ ਮੋਨੋਪੋਲੀ ਹੋ ਗਿਆ, ਮੋਨੋਪੋਲਿਸਟਿਕ ਹੋ ਗਿਆ, ਪਰਫੈਕਟ ਕੰਪੀਟੀਸ਼ਨ ਹੋ ਗਿਆ, ਓਲੀਗੋਪੋਲੀ ਹੋ ਗਿਆ। ਇਹਨਾਂ ਦੇ ਵਿੱਚ ਆਪਾਂ ਨੇ ਕੀ ਦੇਖਿਆ ਸੀਗਾ ਕਿ ਜਿਹੜੇ ਆਪਣੀ ਆਊਟਪੁੱਟ ਐਂਡ ਪ੍ਰਾਈਸ ਡਿਟਰਮੀਨੇਸ਼ਨ ਹੈ, ਠੀਕ ਹੈ, ਇਹ ਦੇਖਿਆ ਸੀਗਾ ਕਿ ਕਿੱਦਾਂ ਪ੍ਰਾਈਸਿਸ ਫਿਕਸ ਹੁੰਦਾ ਗੁੱਡਸ ਐਂਡ ਪ੍ਰੋਡਕਟਸ ਦਾ, ਐਂਡ ਕਿੰਨੀ ਆਊਟਪੁੱਟ ਹੈ ਫਰਮਸ ਕਰਨੀਆਂ। ਤਾਂ ਜਿਹੜੀ ਆਊਟਪੁੱਟ ਫਰਮਸ ਕਰਦੀਆਂ ਹੁੰਦੀਆਂ ਨੇ ਉਹ ਕਿਸ ਚੀਜ਼ ਤੇ ਡਿਪੈਂਡ ਕਰਦਾ ਹੁੰਦਾ, ਫੈਕਟਰ ਆਫ ਪ੍ਰੋਡਕਸ਼ਨ ਤੇ ਡਿਪੈਂਡ ਕਰਦਾ ਹੁੰਦਾ। 4 ਫੈਕਟਰ ਆਫ ਪ੍ਰੋਡਕਸ਼ਨ ਹੁੰਦੇ ਨੇ, ਜਿਵੇਂ ਕਿ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ। ਤਾਂ ਆਪਾਂ ਨੇ ਲੈਂਡ ਦੇ ਬਦਲੇ ਆਪਾਂ ਰੈਂਟ ਪ੍ਰੋਵਾਈਡ ਕਰਦੇ ਆ, ਐਂਡ ਲੇਬਰ ਦੇ ਬਦਲੇ ਆਪਾਂ ਵੇਜਿਸ ਦਿੰਦੇ ਆ, ਐਂਡ ਕੈਪੀਟਲ ਦੇ ਬਦਲੇ ਆਪਾਂ ਇੰਟਰਸਟ ਪੇ ਕਰਦੇ ਆ, ਐਂਡ ਐਂਟਰਪ੍ਰੇਨਿਓਰ ਨੂੰ ਕੀ ਜਾਂਦਾ ਹੈ, ਪ੍ਰੋਫਿਟ ਹੁੰਦਾ ਹੈ ਜਾਂਦਾ ਹੈ। ਤਾਂ ਕਿਸ ਤਰ੍ਹਾਂ ਇਹ ਲੇਬਰ ਮਾਰਕੀਟ ਦੇ ਵਿੱਚ ਜਿਹੜੀਆਂ ਆਪਣੀਆਂ ਜਿਹੜੀਆਂ ਲੇਬਰ ਦੀਆਂ ਡਿਮਾਂਡ ਤੇ ਸਪਲਾਈ ਆ, ਵੇਜਿਸ ਨੇ ਉਹ ਕਿਸ ਤਰ੍ਹਾਂ ਫਿਕਸ ਹੁੰਦੀਆਂ ਨੇ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਵਾਟ ਇਜ਼ ਲੇਬਰ ਮਾਰਕੀਟ, ਠੀਕ ਹੈ। ਫੈਕਟਰ ਮਾਰਕੀਟ ਦਾ ਇੱਕ ਕਨਸੈਪਟ ਹੈ ਇਹ ਲੇਬਰ ਮਾਰਕੀਟ। ਤਾਂ ਮੀਨਿੰਗ ਆਫ ਲੇਬਰ ਮਾਰਕੀਟ ਕੀ ਹੈ, ਤਾਂ ਇਹਦੇ ਵਿੱਚ ਕਹਿੰਦੇ ਕਿ ਲੇਬਰ ਇਜ਼ ਅ ਫੈਕਟਰ ਆਫ ਪ੍ਰੋਡਕਸ਼ਨ ਜੋ ਕਿ ਲੇਬਰ ਦੇ ਵਿੱਚ ਪਾਇਆ ਜਾਂਦਾ ਹੈ। ਲੇਬਰ ਮਾਰਕੀਟ ਦੇ ਵਿੱਚ ਲੇਬਰ ਦੀ ਡਿਮਾਂਡ ਹੁੰਦੀ ਹੈ ਤੇ ਲੇਬਰ ਦੀ ਸਪਲਾਈ ਹੁੰਦੀ ਆ, ਤੇ ਲੇਬਰ ਦੀ ਜਿਹੜੀ ਡਿਮਾਂਡ ਹੈ ਉਹ ਆਪਣੇ ਪ੍ਰੋਡਿਊਸਰ ਸੈਕਟਰਸ ਦੇ ਥਰੂ, ਮੀਨਸ ਜਿਹੜੀਆਂ ਫਰਮਸ ਨੇ ਉਹਨਾਂ ਦੇ ਥਰੂ ਕੀਤੀ ਜਾਂਦੀ ਹੈ, ਤੇ ਜਿਹੜੀ ਲੇਬਰ ਦੀ ਸਪਲਾਈ ਹੈ ਕਹਿੰਦੇ ਉਹ ਆਪਣਾ ਹਾਊਸ ਹੋਲਡ ਸੈਕਟਰਸ ਦੇ ਥਰੂ ਕੀਤੀ ਜਾਂਦੀ ਆ। ਅੱਗੇ ਮਜ਼ਦੂਰ ਬਾਜ਼ਾਰ ਅਤੇ ਵੱਖ-ਵੱਖ ਬਾਜ਼ਾਰ ਵਿੱਚ ਪ੍ਰਤੀਯੋਗਤਾ ਆਪਾਂ ਇਹ ਦੇਖਾਂਗੇ। ਸਭ ਤੋਂ ਪਹਿਲਾਂ ਦੇਖਦੇ ਕਿ ਲੇਬਰ ਮਾਰਕੀਟ ਦੇ ਵਿੱਚ ਕਹਿੰਦੇ ਇੰਟਰੋਡਕਸ਼ਨ ਦੇਖਦੇ ਆ ਦੀ। ਸਭ ਤੋਂ ਪਹਿਲਾਂ ਆਪਾਂ ਕਹਿੰਦੇ ਆਪਣੀ ਇਕਨੋਮੀ ਦੇ ਵਿੱਚ ਸਪਲਾਈ ਨੂੰ ਲੈ ਕੇ ਡਿਫਰੈਂਟ ਜਿਹੜੇ ਡਿਸੀਜਨਸ ਨੇ ਉਹ ਲਿੱਤੇ ਜਾਂਦੇ ਨੇ ਕਿ ਜਿਹੜੀ ਆਪਣੀ ਸਪਲਾਈ ਹੈ, ਆਊਟਪੁੱਟ ਹੈ, ਆਪਾਂ ਨੇ ਉਹ ਕਿੰਨੀ ਕਰਨੀ ਆ। ਤੇ ਸ਼ਾਰਟ ਰਨ ਤੇ ਲੌਂਗ ਪੀਰੀਅਡ ਦੀ ਜਿਹੜੀ ਆਊਟਪੁੱਟ ਹੁੰਦੀ ਆ ਉਹ ਡਿਫਰੈਂਟ ਹੁੰਦੀ ਆ, ਕਿਉਂਕਿ ਸ਼ਾਰਟ ਰਨ ਦੇ ਵਿੱਚ ਕਹਿੰਦੇ ਸਿਰਫ ਆਪਾਂ ਜਿਹੜੇ ਵੇਰੀਏਬਲਸ ਫੈਕਟਰਸ ਨੇ ਉਹਨਾਂ ਦੀ ਕੁਆਂਟੀਟੀ ਇਨਕਰੀਜ਼ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਜਿਵੇਂ ਕਿ ਆਪਾਂ ਲੇਬਰ ਦੀ ਡਿਮਾਂਡ ਜਾਂ ਫਿਰ ਆਪਣੇ ਰॉ ਮਟੀਰੀਅਲ ਦੀ ਡਿਮਾਂਡ ਨੂੰ ਇਨਕਰੀਜ਼ ਕਰਕੇ ਜਿਹੜੀ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰ ਸਕਦੇ ਆ। ਕਹਿੰਦੇ ਲਾ ਆਫ ਵੇਰੀਏਬਲ ਪ੍ਰਪੋਰਸ਼ਨ ਹੈ ਜਿਹੜਾ ਅਪਲਾਈ ਹੁੰਦਾ ਹੈ। ਤੇ ਉਸ ਤੋਂ ਬਾਅਦ ਕੀ ਹੈ, ਕਹਿੰਦੇ ਗਵਰਨਮੈਂਟ ਇੰਟਰਵੈਂਸ਼ਨਸ ਕਰਦੀ ਹੈ ਕਹਿੰਦੇ ਲੇਬਰ ਮਾਰਕੀਟ ਦੇ ਵਿੱਚ ਪ੍ਰਾਈਸਿਸ ਨੂੰ ਲੈ ਕੇ, ਕਹਿੰਦੇ ਜੋ ਵੇਜਿਸ ਦਿੱਤੀ ਜਾਂਦੀਆਂ ਨੇ, ਕਿਉਂਕਿ ਮਾਰਕੀਟ ਦੇ ਵਿੱਚ ਜਿਹੜੀ ਹੈ ਆਪਣੀਆਂ ਵੇਜ ਪਾਲਿਸੀਜ਼ ਨੇ ਜਿਹੜੀਆਂ ਉਹ ਫੋਲੋ ਕੀਤੀਆਂ ਜਾਂਦੀਆਂ ਨੇ ਲੇਬਰ ਰਾਈਟਸ ਨੂੰ ਦੇਖਦੇ ਹੋਏ। ਲੇਬਰ ਲਾਜ਼ ਨੇ ਜਿਹੜੇ ਉਹ ਆਪਣੀ ਇਕਨੋਮੀ ਦੇ ਵਿੱਚ ਬਣਾਏ ਹੋਏ ਨੇ ਲੇਬਰ ਦੀ ਸਿਕਿਉਰਿਟੀ ਦੇ ਲਈ। ਤੇ ਇਸ ਦੇ ਵਿੱਚ ਕਹਿੰਦੇ ਬਹੁਤ ਸਾਰੀਆਂ ਇੰਪਲੀਕੇਸ਼ਨਸ ਨੇ, ਤੇ ਜਿਵੇਂ ਕਿ ਆਪਣਾ ਮਿਨੀਮਮ ਵੇਜਿਸ ਲੈਜਿਸਲੇਸ਼ਨ ਦਾ ਜਿਹੜਾ ਲਾਅ ਹੈ ਅਪਲਾਈ ਕੀਤਾ ਹੈ ਕਿ ਘੱਟ ਤੋਂ ਘੱਟ ਵੇਤਨ ਮਜ਼ਦੂਰਾਂ ਨੂੰ ਦੇਣਾ ਚਾਹੀਦਾ ਹੈ। ਤੇ ਜਿਹੜੀਆਂ ਲੇਬਰ ਯੂਨੀਅਨਸ ਨੇ ਉਹ ਡਿਟੇਲ ਦੇ ਵਿੱਚ ਦੱਸਦੀਆਂ ਨੇ ਕਿ ਐਨੀਆਂ ਸਾਨੂੰ ਵੇਜਿਸ ਨੇ ਜਿਹੜੀਆਂ ਉਹ ਪ੍ਰੋਵਾਈਡ ਹੋਣੀਆਂ ਚਾਹੀਦੀਆਂ ਨੇ ਲੇਬਰ ਮਾਰਕੀਟ ਦੇ ਵਿੱਚ। ਤਾਂ ਲੇਬਰ ਮਾਰਕੀਟ ਨੂੰ ਅੰਡਰਸਟੈਂਡ ਕਰਨ ਦੇ ਲਈ ਜਿਹੜੇ ਆਪਣੇ ਇਕਨੋਮੀ ਦੇ ਡਿਫਰੈਂਟ ਫੰਕਸ਼ਨਸ ਨੇ ਜੋ ਲੇਬਰ ਨੂੰ ਲੈ ਕੇ, ਆਪਾਂ ਨੂੰ ਪਹਿਲਾਂ ਉਹਨਾਂ ਨੂੰ ਡਿਟੇਲ ਦੇ ਵਿੱਚ ਸਟੱਡੀ ਕਰਨਾ ਪਏਗਾ ਤਾਂ ਕਿ ਆਪਾਂ ਲੇਬਰ ਮਾਰਕੀਟ ਦੇ ਵਿੱਚ ਜਿਹੜੀ ਡਿਮਾਂਡ ਐਂਡ ਸਪਲਾਈ ਹੈ ਲੇਬਰ ਦੀ ਚੈੱਕ ਕਰ ਸਕਦੇ ਹਾਂ। ਆਪਾਂ ਨੇ ਇਸ ਆਪਣੇ ਟੌਪਿਕ ਦੇ ਵਿੱਚ 2 ਜਿਹੜੀਆਂ ਹੈ ਮਾਰਕੀਟ ਫਰਮਸ ਉਹਨਾਂ ਦੇ ਥਰੂ ਲੇਬਰ ਦੀ ਜਿਹੜੀ ਡਿਮਾਂਡ ਤੇ ਸਪਲਾਈ ਦੇਖਣੀ ਹੈ। ਇੱਕ ਤਾਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ, ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ, ਐਂਡ ਸੈਕੰਡਲੀ ਆਪਾਂ ਨੇ ਦੇਖਣਾ ਹੈ ਆਪਣੀ ਇਮਪਰਫੈਕਟ ਕੰਪੀਟੀਸ਼ਨ ਦੇ ਵਿੱਚ, ਮੀਨਸ ਮੋਨੋਪੋਲਿਸਟਿਕ, ਮੋਨੋਪੋਲੀ ਐਂਡ ਓਲੀਗੋਪੋਲੀ। ਕਿਉਂਕਿ ਇਹ ਇਮਪਰਫੈਕਟ ਕੰਪੀਟੀਸ਼ਨ ਦੀਆਂ ਕੀ ਨੇ ਸਿਚੁਏਸ਼ਨਸ ਨੇ। ਤਾਂ ਲੇਬਰ ਮਾਰਕੀਟ ਹੈ ਜਿਹੜੀ ਸਾਡੀ ਇਹ ਇੱਕ ਕਹਿੰਦੇ ਲੇਬਰ ਮਾਰਕੀਟ ਦੇ ਵਿੱਚ ਲੇਬਰਸ ਦੀ ਡਿਮਾਂਡ ਤੇ ਸਪਲਾਇਰ ਹੁੰਦੇ ਨੇ, ਠੀਕ ਹੈ, ਡਿਮਾਂਡਰਸ, ਪ੍ਰੋਡਿਊਸਰਸ ਐਂਡ ਸਪਲਾਇਰਸ, ਹਾਊਸ ਹੋਲਡ, ਠੀਕ ਹੈ। ਜਿਵੇਂ ਕਿ ਕਹਿੰਦੇ ਆਪਣੀ ਜਿਹੜੀ ਹੈ ਗੁੱਡਸ ਮਾਰਕੀਟ, ਪ੍ਰੋਡਕਟ ਮਾਰਕੀਟ ਦੇ ਵਿੱਚ ਗੁੱਡਸ ਐਂਡ ਸਰਵਿਸਿਜ਼ ਦੀ ਪਰਚੇਜ਼ ਐਂਡ ਸੇਲ ਹੁੰਦੀ ਹੈ, ਉਸੇ ਤਰ੍ਹਾਂ ਲੇਬਰ ਮਾਰਕੀਟ ਦੇ ਵਿੱਚ ਜਿਹੜੀ ਹੈ ਲੇਬਰ ਦੀ ਸਰਵਿਸਿਜ਼ ਦੀ ਸੇਲ ਐਂਡ ਪਰਚੇਜ਼ ਹੁੰਦੀ ਹੈ, ਠੀਕ ਹੈ।
ਜਿਹੜੇ ਆਪਣੇ ਇੰਪਲੋਇਜ਼ ਨੇ ਉਹ ਮਾਰਕੀਟ ਦੇ ਵਿੱਚ ਆਪਣੀ ਸਪਲਾਈ ਕਰਦੇ ਨੇ ਫॉर द ਰਿਟਰਨਸ ਕਿ ਉਹਨਾਂ ਨੂੰ ਰਿਟਰਨ ਮਿਲੇਗਾ ਰਿਟਰਨ ਦੇ ਵਿੱਚ ਵੇਜਿਸ ਮਿਲਣਗੀਆਂ ਤੇ ਜਿਨ੍ਹਾਂ ਦੇ ਥਰੂ ਆਪਣੀਆਂ ਜਿਹੜੀਆਂ ਨੀਡਸ ਨੇ ਉਹਨਾਂ ਨੂੰ ਉਹ ਪੂਰਾ ਕਰ ਸਕਦਾ ਹੈ ਕਹਿੰਦੇ ਇੱਥੇ ਕੀ ਆ ਕਹਿੰਦੇ ਮੈਕਰੋ ਇਕਨੋਮਿਕਸ ਦੇ ਵਿੱਚ ਵੀ ਜਿਹੜੀ ਆਪਣੀ ਲੇਬਰ ਹੈ ਉਹਦਾ ਮੇਨ ਰੋਲ ਹੈ ਠੀਕ ਹੈ ਕਹਿੰਦੇ ਲੇਬਰ ਦੇ ਵਿੱਚ ਕਹਿੰਦੇ ਮੈਕਰੋ ਇਕਨੋਮਿਕਸ ਦੇ ਵਿੱਚ ਲੇਬਰ ਨੂੰ ਲੈ ਕੇ ਆਪਣੀ ਜਿਹੜੀ ਹੈ ਇੰਪਲੋਇਮੈਂਟ ਤੇ ਅਨਇੰਪਲੋਇਮੈਂਟ ਉਹਨੂੰ ਚੈੱਕ ਕੀਤਾ ਜਾਂਦਾ ਹੈ ਇੰਪਲੋਇਮੈਂਟ ਦਾ ਮਤਲਬ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਲੇਬਰ ਹੈ ਉਹ ਇੰਪਲੋਇਡ ਹੈ ਮੀਨਸ ਲੇਬਰ ਨੂੰ ਵਰਕ ਮਿਲ ਰਿਹਾ ਹੈ ਜਿੰਨੀ ਲੇਬਰ ਦੀ ਸਪਲਾਈ ਹੈ ਉਨੀ ਹੀ ਲੇਬਰ ਦੀ ਡਿਮਾਂਡ ਹੈ ਤਾਂ ਫੁੱਲ ਇੰਪਲੋਇਮੈਂਟ ਹੋਏਗੀ ਤੇ ਲੇਬਰ ਮਾਰਕੀਟ ਦੇ ਵਿੱਚ ਕੀ ਆ ਅਨਇੰਪਲੋਇਮੈਂਟ ਕਦੋਂ ਹੋਏਗੀ ਮਤਲਬ ਜਦੋਂ ਲੇਬਰ ਦੀ ਸਪਲਾਈ ਜ਼ਿਆਦਾ ਹੈ ਤੇ ਲੇਬਰ ਦੀ ਡਿਮਾਂਡ ਹੈ ਤਦ ਕੀ ਆ ਅਨਇੰਪਲੋਇਮੈਂਟ ਆ ਤਾਂ ਇਹਦੇ ਨਾਲ ਆਪਣੀ ਜਿਹੜੀ ਨੈਸ਼ਨਲ ਇਨਕਮ ਹੈ ਜੀਡੀਪੀ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਆ ਉਹਤੇ ਵੀ ਇਫੈਕਟ ਪੈਂਦਾ ਹੈ ठीक है तब कहते अपनी जी जीडीपी है वो अपनी इंप्लॉयमेंट एंड अनइंप्लॉयमेंट ठीक है मीनस जी अपनी नैशनल इनकम है वो भी लेबर मार्केट के लेबर से डिपेंड करते हैं क्योंकि जो वेजिस ने कैलकुलेट होंगे ने नैशनल इनकम के जीडीपी का ही की एक पार्ट है तब कहते मिक्सड इकोनमी के जोड़े अपने गवर्नमेंट आ ट्रेडिंग इंडिविजुअल्स ने जोड़े वो की करते हैं अपना इंटरैक्ट करते हैं इंप्लॉयज़ के नाल हायर करते हैं उन्होंने ठीक है ते डिमांड इन्फ्लुएंस ਨੂੰ ਇਨਕਰੀਜ਼ ਕਰਦੇ ਨੇ ਲੇਬਰ ਦੀ ਡਿਮਾਂਡ ਕਿਸ ਤਰ੍ਹਾਂ ਜਿਹੜੀ ਹੈ ਇਨਕਰੀਜ਼ ਹੁੰਦੀ ਹੈ ਇਹ ਆਊਟਪੁੱਟ ਤੇ ਡਿਪੈਂਡ ਕਰਦਾ ਹੈ ਕਿ ਪ੍ਰੋਡਿਊਸਰਸ ਨੇ ਆਊਟਪੁੱਟ ਕਿੰਨੀ ਕਰਨੀ ਹੈ ਤਾਂ ਇਹ ਤਾਂ ਸੀਗਾ ਆਪਣਾ ਮੀਨਿੰਗ ਆਫ ਲੇਬਰ ਮਾਰਕੀਟ ਕਿ ਲੇਬਰ ਮਾਰਕੀਟ ਦੇ ਵਿੱਚ ਲੇਬਰ ਦੀ ਕੀ ਹੁੰਦੀ ਆ डिमांड ਤੇ ਸਪਲਾਈ ਹੁੰਦੀ ਹੈ ਐਂਡ ਉਸ ਤੋਂ ਬਾਅਦ ਹੈਗਾ ਲੇਬਰ ਮਾਰਕੀਟ ਐਂਡ ਡਿਫਰੈਂਟ ਮਾਰਕੀਟ ਸਟਰਕਚਰ ਲੇਬਰ ਮਾਰਕੀਟ ਦੇ ਵਿੱਚ ਡਿਫਰੈਂਟ ਮਾਰਕੀਟ ਸਟਰਕਚਰਸ ਨੇ ਤਾਂ ਕਹਿੰਦੇ ਜਨਰਲੀ ਕਹਿੰਦੇ ਡਿਮਾਂਡ ਫॉर ਪ੍ਰੋਡਿਊਸਿੰਗ ਗੁੱਡਸ ਐਂਡ ਸਰਵਿਸਿਜ਼ ਦਾ ਡਿਮਾਂਡ ਫॉर ਇਟ ਵੁੱਡ ਡਿਪੈਂਡ ਔਨ ਦਾ ਸਟਰਕਚਰ ਆਫ ਮਾਰਕੀਟ ਫॉर ਗੁੱਡਸ ਐਂਡ ਸਰਵਿਸਿਜ਼ ਟੂ ਕਹਿੰਦੇ ਗੁੱਡਸ ਐਂਡ ਸਰਵਿਸਿਜ਼ ਦੀ ਡਿਮਾਂਡ ਆਪਣੀ ਪ੍ਰੋਡਕਸ਼ਨ ਕਰਨ ਦੇ ਲਈ ਸਪਲਾਈ ਕਰਨ ਦੇ ਲਈ ਜਿਹੜੀ ਲੇਬਰ ਹੈ ਉਹਦੀ ਕੀ ਕੀਤੀ ਜਾਂਦੀ ਆ डिमांड की जाती है कहते मेजर टू हैड्स ने मेजर टू ਆਪਾਂ ਏਰੀਆਜ਼ ਦੇ ਵਿੱਚ ਟੂ ਸਿਚੁਏਸ਼ਨਸ ਦੇ ਵਿੱਚ ਜਿਹੜੀ ਆਪਣੀ ਲੇਬਰ ਹੈ ਉਹਦੀ ਡਿਮਾਂਡ ਤੇ ਸਪਲਾਈ ਨੂੰ ਦੇਖਾਂਗੇ ਫਰਸਟਲੀ ਇਜ਼ ਦਾ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ ਐਂਡ ਸੈਕੰਡਲੀ ਇਜ਼ ਦਾ ਇਨਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਤੁਹਾਨੂੰ ਪਤਾ ਹੀ ਹੈ ਜਿਹਦੇ ਵਿੱਚ ਕਹਿੰਦੇ ਕੀ ਹੈ ਲਾਰਜ ਨੰਬਰ ਆਫ ਬਾਇਰਸ ਤੇ ਸੈਲਰਸ ਹੁੰਦੇ ਨੇ ਠੀਕ ਹੈ ਲਾਰਜ ਨੰਬਰ ਆਫ ਫਰਮਸ ਹੁੰਦੀਆਂ ਨੇ ਤੇ ਬਾਇਰਸ ਹੁੰਦੇ ਨੇ ਤੇ ਜਿਹੜਾ ਪ੍ਰੋਡਕਟ ਹੈ ਹੋਮੋਜੀਨੀਅਸ ਹੁੰਦਾ तो जी प्राइसिस है वो किया गुड्स की कौन फिक्स करता है अपनी जो है इंडस्ट्री फिक्स करती है ग्रुप ऑफ फर्म्स मिलकर एक इंडस्ट्री बनाती है तो होमोजीनियस प्रोडक्ट्स को प्रोड्यूस किया जाता है जिसका प्राइस होंगे वो होंगे सेम होंगे तो इनपरफेक्ट कंपीटिशन के की है मार्केट की वो सिचुएशन है जिहदे विच कहते आ फ्यू आर मोर दैन टू एंड जां फिर टू जिहड़े हुंदे ने अपने फर्म्स हुंदियां ने ठीक है वो सप्लाई करदियां ने अपने प्रोडक्ट्स की ते जिहड़े लार्ज नंबर ऑफ की हुंदे ने बायर लार्ज नंबर ऑफ बायर्स हुंदे ने ते जिहड़े इन्हां दे विच प्रोडक्ट्स प्रोड्यूस कीते जांदे ने इनपरफेक्ट कंपीटिशन दे विच वो सब्सटीट्यूट अपने होमोजीनियस भी हो सकते हैं तो इन्हां विच मोस्टली की प्रोडक्ट डिफरेंशिएट होंदा मींस प्रोडक्ट एक दूसरे नालों की हुंदे ने डिफरेंट हुंदे ने ते प्राइस डिफरेंशिएट हुंदा ते प्राइसेस भी डिफरेंट ये अपने अकॉर्डिंग चार्ज करते हैं इनपरफेक्ट कंपीटिशन दे विच सारियां फर्मां अपने अकॉर्डिंग जिहड़े है अपने प्रोडक्ट दा प्राइस की करनगे सैट करनगे ते डिफरेंट टाइप्स के प्रोडक्ट्स जां सेम तरह के प्रोडक्ट्स से की करते हैं प्रोड्यूस करते हैं इन्हां दा अपने प्रोडक्ट्स ते प्रोडक्शन ते एंड प्राइस ते की हुंदा फुल कंट्रोल हुंदा एंड इन्हां दे विच न्यू फर्म्स एंटर भी नहीं हो सकते ते पुरानी फर्म्स कहते मार्केट को छड्ड के भी नहीं जा सकते तो इन्हां दोनों दे विच आपां डिमांड एंड सप्लाई ऑफ लेबर देखांगे तो सब तो पहला आपां देखते हैं परफेक्ट कंपीटिशन परफेक्ट कंपीटिशन दे विच डिमांड एंड सप्लाई ऑफ लेबर कहते तुहानूं पता ही है कि ਜਿਹੜੀ है लेबर लेबर के बदले आप की प्रोवाइड करते हैं सब तो पहले आप देख लिए कि वेजिस प्रोवाइड करते हैं कहते प्राइस पेड फॉर द यूज ऑफ लेबर इज कॉल्ड वेज इन इकनॉमिक्स कहते जो लेबर ਨੂੰ ਉਹਨਾਂ ਦੇ ਬਦਲੇ ਲੇਬਰ ਦੇ ਬਦਲੇ ਪ੍ਰਾਈਸ ਪੇ ਕੀਤਾ ਜਾਂਦਾ ਤਾਂ ਆਪਾਂ ਨੂੰ ਕੀ ਕਹਿੰਦੇ ਆ ਵੇਜਿਸ ਕਹਿੰਦੇ ਆ ਤੇ ਕਹਿੰਦੇ ਇਹ ਜਿਹੜਾ ਆਪਾਂ ਪ੍ਰਾਈਸ ਪੇ ਕਰਦੇ ਆ ਇਹ ਪਰ ਔਰ ਵੀ ਹੋ ਸਕਦਾ 1 ਘੰਟੇ ਦਾ ਪ੍ਰਾਈਸ ਵੀ ਹੋ ਸਕਦਾ 1 ਡੇ ਦਾ ਵੀ ਹੋ ਸਕਦਾ ਹੈ ਮੰਥ ਦਾ ਵੀ ਹੋ ਸਕਦਾ ਹੈ 1 ਵੀਕ ਦਾ ਵੀ ਹੋ ਸਕਦਾ ਹੈ ਜਿਵੇਂ ਕਿ ਕਹਿੰਦੇ ਆਪਾਂ ਮੰਥਲੀ ਸੈਲਰੀ ਦਿੰਨੇ ਆ ਪਰ ਡੇ ਦਿੰਨੇ ਆ ਫੀਸ ਠੀਕ ਹੈ ਲਾਇਰ ਦੀ ਫੀਸ ਦਿੰਨੇ ਆ ਡਾਕਟਰ ਦੀ ਫੀਸ ਦਿੰਨੇ ਆ ਤਾਂ ਵੇਜ ਪੇਡ ਹੈ ਜਿਹੜਾ ਇਕਨੋਮਿਕ ਡੋਮੈਸਟਿਕ ਜਿਹੜੇ ਹੈ ਆਪਣੀ ਪੇਡ ਹੈ ਸਰਵੈਂਟਸ ਨੂੰ ਵੀ ਦਿੰਨੇ ਆਪਾਂ ਠੀਕ ਹੈ ਤਾਂ ਇਹਦੇ ਵਿੱਚ ਕਹਿੰਦੇ ਕੀ ਆ ਇਹ ਟਾਈਮ ਵੇਜ ਟਾਈਮ ਦੇ ਅਕੋਰਡਿੰਗ ਜੋ ਵੇਜਿਸ ਦਿੱਤੀ ਜਾਂਦੀ ਹੈ ਉਹਨੂੰ ਟਾਈਮ ਵੇਜ ਕਹਿੰਦੇ ਆ ਐਂਡ ਪੀਸ ਵੇਜਿਸ ਕਹਿੰਦੇ ਜਦੋਂ ਆਪਾਂ ਕੀ ਕਰਦੇ ਆ ਕਿਸੇ ਵੀ ਕਹਿੰਦੇ ਨੰਬਰ ਆਫ ਯੂਨਿਟਸ ਨੂੰ ਪ੍ਰੋਡਿਊਸ ਕਰਨ ਦੇ ਲਈ ਲੇਬਰ ਦੀ ਯੂਜ਼ ਕਰਦੇ ਆ ਤਾਂ ਉਹਨੂੰ ਪੀਸ ਵੇਜ ਕਹਿੰਦੇ ਆ
ਤਾਂ ਆਪਾਂ ਕਹਿ ਸਕਦੇ ਹਾਂ a wage may be defined as a sum of money paid under contract by an employer to a worker for services rendered। ਤਾਂ ਜਿਹੜੇ ਵੇਜਿਸ ਨੇ ਵੀ ਟੂ ਟਾਈਪਸ ਦੀਆਂ ਹੁੰਦੀਆਂ ਨੇ, ਨੋਮੀਨਲ ਵੇਜਿਸ ਤੇ ਰੀਅਲ ਵੇਜਿਸ। ਜਿਹੜੀਆਂ ਨੋਮੀਨਲ ਵੇਜਿਸ ਹੁੰਦੀਆਂ ਨੇ ਉਹ ਪੇਡ ਕੀਤੀਆਂ ਜਾਂਦੀਆਂ ਨੇ ਇਨ ਦ ਟਰਮਸ ਆਫ ਮਨੀ, ਮਨੀ ਦੇ ਟਰਮਸ ਦੇ ਵਿੱਚ, ਜਿਵੇਂ ਕਿ 200 ਰੁਪਇਆ ਦੇ ਦੇਣਾ, 400 ਰੁਪਇਆ ਦੇ ਦੇਣਾ, ਦੈਟ ਇਜ਼ ਅ ਨੋਮੀਨਲ एंड मनी वेज। एंड उस तो बाद रियल वेजिस की होंगी ने, रियल वेजिस रेफर टू द क्वांटिटी ऑफ गुड्स एंड सर्विसेज जो कहते कि अपने मनी की फॉर्म के दी जाती है, जी सानू परचेजिंग पावर दसदियां ने गुड्स एंड सर्विसेज की, कि आप कितनी जी है परचेजिंग पावर कर सकते हैं। तो परचेजिंग पावर ऑफ आ नॉमिनल वेजिस इज कॉल्ड रियल वेजिस। ਤਾਂ ਇੱਥੇ ਡਿਫਰੈਂਸ ਆ ਮਨੀ ਵੇਜਿਸ ਤੇ ਰੀਅਲ ਵੇਜਿਸ ਦਾ। ਜਿਵੇਂ ਕਿ ਮਨੀ ਵੇਜਿਸ 200 ਵੇਜਿਸ ਮੈਨੂੰ ਪ੍ਰੋਵਾਈਡ ਹੋਈਆਂ ਨੇ ਪਰ ਡੇ ਦੀਆਂ, हाँ ठीक है। एंड 200 के थ्रू मैं 10 ਜਿਹੜੇ अपने 10 कोई भी प्रोडक्ट्स है वो बाय कर सकता था। मेरी रियल वेजिस की होगी 10। ਤੇ ਉਸ ਤੋਂ ਬਾਅਦ ਹੈ ਕਹਿੰਦੇ ਫੈਕਟਰਸ ਨੇ ਜਿਹੜੇ ਰੀਅਲ ਵੇਜਿਸ ਨੂੰ ਕਾਫੀ ਨੇ ਅਫੈਕਟ ਕਰਦੇ ਨੇ। ਤਾਂ ਫਰਸਟ ਇਜ਼ ਮਨੀ ਵੇਜਿਸ, ਪ੍ਰਾਈਸ ਲੈਵਲ, ਸਪਲੀਮੈਂਟਰੀ ਇਨਕਮ, ਨੇਚਰ ਆਫ ਦ ਏਮਪਲੋਇਮੈਂਟ, ਹਾਰਸ ਆਫ ਦ ਵਰਕਰ, working conditions, trade expenses, period and cost of timings, employment dependence, prospect of future promise and social status। The theories of wage determination, labor market ਦੇ ਵਿੱਚ ਕਹਿੰਦੇ wage determination ਦੇ ਨਾਲ ਰਿਲੇਟਡ ਜੋ ਆਪਾਂ ਕਰ ਰਹੇ ਸੀਗੇ, two theories mostly ਦਿੱਤੀਆਂ ਗਈਆਂ ਨੇ। ਤਾਂ ਉਹ wage determination ਨਾਲ ਰਿਲੇਟਡ ਕੀ two theories ਕਿਹੜੀਆਂ ਨੇ, ਕਹਿੰਦੇ which first ਹੈ labor cannot be separated from labors। कहते लेबर ਨੂੰ ਆਪਾਂ ਲੇਬਰਸ ਤੋਂ ਸੈਪਰੇਟ ਨਹੀਂ ਕਰ ਸਕਦੇ। ਨੈਸੈਸਿਟੀ ਟੂ ਟੇਕ ਹਿਊਮਨ ਫੈਕਟਰਸ ਨੂੰ ਕਹਿੰਦੇ ਆਪਾਂ ਡਿਟਰਮੀਨੈਂਟ ਕਰਦੇ ਆ, ਵੇਜਿਸ ਕੀ ਕਰਦੇ ਆ ਪ੍ਰੋਵਾਈਡ ਕਰਦੇ ਆ। ਐਂਡ ਡਿਮਾਂਡ ਫॉर ਲੇਬਰ ਇਜ਼ ਨਾਟ ਬਿਕੋਜ਼ ਆਫ ਦ ਯੂਟਿਲਿਟੀ ਆਫ ਲੇਬਰ, ਕਹਿੰਦੇ ਡਿਮਾਂਡ ਕਰਦੇ ਆਪਾਂ ਗੁੱਡਸ ਦੀ ਪ੍ਰੋਡਕਸ਼ਨਸ ਦੇ ਲਈ। ਤਾਂ ਇਹਦੇ ਵਿੱਚ ਕਹਿੰਦੇ ਟੂ ਥਿਊਰੀਜ਼ ਵੇਜਿਸ ਦਾ ਦਿੱਤੀਆਂ ਹੋਈਆਂ ਨੇ। ਦਾ ਫਰਸਟ ਇਜ਼ ਮਾਰਜਨਲ ਪ੍ਰੋਡਕਟਿਵਿਟੀ ਥਿਊਰੀ ਆਫ ਵੇਜਿਸ ਜੋ ਆਪਾਂ ਕਰ ਰਹੇ ਸੀਗੇ, ਠੀਕ ਹੈ। ਤਾਂ ਮਾਰਜਨਲ ਪ੍ਰੋਡਕਟਿਵਿਟੀ ਥਿਊਰੀ ਇਜ਼ ਐਨ ਓਲਡ ਐਂਡ ਇੰਪੋਰਟੈਂਟ ਥਿਊਰੀ ਆਫ ਵੇਜ ਡਿਟਰਮੀਨੇਸ਼ਨ। ਜਿਵੇਂ ਕਿ ਆਪਾਂ ਦੇਖ ਰਹੇ ਹਾਂ ਵੇਜ ਡਿਟਰਮੀਨੇਸ਼ਨ ਇਨ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਆਪਾਂ ਵੇਜ ਡਿਟਰਮੀਨੇਸ਼ਨ ਦੇਖਣਾ ਹੈ, ਐਂਡ ਇਨਪਰਫੈਕਟ ਕੰਪੀਟੀਸ਼ਨ ਦੇ ਵਿੱਚ ਵੇਜ ਡਿਟਰਮੀਨੇਸ਼ਨ ਦੇਖਣਾ ਹੈ। ਟੂ ਸਿਚੁਏਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਵੇਜ ਡਿਟਰਮੀਨੇਸ਼ਨ ਦੇਖਦੇ ਸੀ, ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਕੀ ਦੇਖਣਾ ਹੈ ਮਾਰਜਨਲ ਪ੍ਰੋਡਕਟਿਵਿਟੀ ਥਿਊਰੀ ਆਫ ਵੇਜਿਸ, ਠੀਕ ਹੈ। ਤੇ ਇਹਦੇ ਵਿੱਚ ਕੀ ਆ ਕਹਿੰਦੇ ਇਹ ਥਿਊਰੀ ਕੀ ਆ ਵੇਜ ਡਿਟਰਮੀਨੇਸ਼ਨ ਦੀ ਇੰਪੋਰਟੈਂਟ ਥਿਊਰੀ ਹੈ। ਜਰਮਨ ਇਕੋਨੋਮਿਸਟ ਸੀਗਾ ਆਪਣਾ, ਠੀਕ ਹੈ, ਵੌਨ ਥਿਊਨਨ, ਕਹਿੰਦੇ ਉਹਨੇ 1833 ਦੇ ਵਿੱਚ ਆਪਣੀ ਬੁੱਕ ਦਾ ਆਈਸੋਲੈਂਡ ਸਟੇਟ ਦੇ ਵਿੱਚ ਕਹਿੰਦੇ ਇਹਨੂੰ ਐਕਸਪਲੇਨ ਕੀਤਾ ਸੀਗਾ। ਕਹਿੰਦੇ ਇਸ ਥਿਊਰੀ ਦੇ ਅਕੋਰਡਿੰਗ ਅੰਡਰ ਪਰਫੈਕਟ ਕੰਪੀਟੀਸ਼ਨ ਐਂਡ in the long run labor gets wages equal to the marginal and average productivity। ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਜਿਹੜੀ ਆਪਣੀ ਵੇਜ ਡਿਟਰਮੀਨੇਸ਼ਨ ਹੁੰਦੀ ਹੈ ਪਰਫੈਕਟ ਕੰਪੀਟੀਸ਼ਨ ਦੇ ਵਿੱਚ, ਕਹਿੰਦੇ ਉਹ ਕਿਹਦੇ ਇਕੁਅਲ ਹੁੰਦੀ ਹੈ ਲੌਂਗ ਰਨ ਦੇ ਵਿੱਚ ਮਾਰਜਨਲ ਐਂਡ ਐਵਰੇਜ ਪ੍ਰੋਡਕਟਿਵਿਟੀ ਦੇ ਇਕੁਅਲ ਹੁੰਦੀ ਹੈ। ਕਿ ਜਿੰਨੀ ਆਪਣੀ ਮਾਰਜਨਲ ਤੇ ਐਵਰੇਜ ਪ੍ਰੋਡਕਟਿਵਿਟੀ ਹੋਏਗੀ ਉਨੀਆਂ ਹੀ ਜਿਹੜੀਆਂ ਵੇਜਿਸ ਨੇ ਉਹ ਕੀ ਕੀਤੀਆਂ ਜਾਣਗੀਆਂ ਪ੍ਰੋਵਾਈਡ ਕੀਤੀਆਂ ਜਾਣਗੀਆਂ। कहते marginal productivity refers to the addition made to the total revenue by employing one more unit of labor। ਤੁਹਾਨੂੰ ਪਤਾ ਹੈ ਕਿ ਮਾਰਜਨਲ ਪ੍ਰੋਡਕਟਿਵਿਟੀ ਆਫ ਲੇਬਰ ਕੀ ਹੁੰਦੀ ਹੈ, ਜਦੋਂ ਆਪਾਂ ਇੱਕ ਲੇਬਰ ਦੀ ਐਕਸਟਰਾ ਯੂਨਿਟ ਯੂਜ਼ ਕਰਦੇ ਹਾਂ ਆਊਟਪੁੱਟ ਇਨਕਰੀਜ਼ ਕਰਨ ਦੇ ਲਈ, ਤਾਂ ਆਪਾਂ ਇੱਕ ਲੇਬਰ ਨੂੰ ਜ਼ਿਆਦਾ ਇਨਕਰੀਜ਼ ਕਰਦੇ ਹਾਂ ਤਾਂ ਉਹਦੇ ਨਾਲ ਸਾਡੀ ਆਊਟਪੁੱਟ ਦੇ ਵਿੱਚ ਜੋ ਚੇਂਜ ਹੁੰਦਾ ਦੈਟ ਇਜ਼ ਅ ਮਾਰਜਨਲ ਪ੍ਰੋਡਕਟਿਵਿਟੀ ਆਫ ਲੇਬਰ। ਜਿਵੇਂ ਕਿ ਫੋਰ ਐਗਜ਼ਾਮਪਲ ਪਹਿਲਾਂ ਮੈਂ 100 ਗੁੱਡਸ ਦੀ ਪ੍ਰੋਡਕਸ਼ਨ ਕਰ ਰਹੀ ਸੀਗੀ, ਜਦ ਮੈਂ 10 ਲੇਬਰ ਯੂਜ਼ ਕਰ ਰਹੀ ਸੀ, ਲੇਬਰ ਦੀ ਕੁਆਂਟੀਟੀ ਮੇਰੀ 10 ਸੀਗੀ। ਉਸ ਤੋਂ ਬਾਅਦ ਮੈਂ 11th ਲੇਬਰ ਯੂਜ਼ ਕੀਤੀ, ਇੱਕ ਯੂਨਿਟ ਲੇਬਰ ਦਾ ਹੋਰ ਇਨਕਰੀਜ਼ ਕੀਤਾ, ਤਾਂ ਉਹਦੇ ਨਾਲ ਮੇਰੀ ਆਊਟਪੁੱਟ ਇਨਕਰੀਜ਼ ਹੋ ਕੇ ਕਿੰਨੀ ਹੋ ਗਈ 110 ਹੋ ਗਈ, 110 ਹੋ ਗਈ। ਤਦ ਮੈਂ 11th ਜਿਹੜੀ ਹੈ ਲੇਬਰ ਉਹਦੀ ਪ੍ਰੋਡਕਸ਼ਨ 110 ਵਿੱਚੋਂ ਮਾਈਨਸ ਕਰੂੰਗਾ 10th ਲੇਬਰ ਦੀ ਪ੍ਰੋਡਕਸ਼ਨ 100, ਤਾਂ ਜੋ ਸਾਡੇ ਕੋਲ ਬਚੇਗਾ 10। ਤਾਂ 10 ਪ੍ਰੋਡਕਟਸ ਜਿਹੜੀ ਹੈ ਆਪਣੀ 11th ਲੇਬਰ ਉਹ ਯੂਜ਼ ਕਰ ਰਹੀ ਹੈ, ਤਾਂ 11th ਲੇਬਰ ਦੀ ਮਾਰਜਨਲ ਪ੍ਰੋਡਕਟਿਵਿਟੀ ਕੀ ਹੈ 10 ਪ੍ਰੋਡਕਟਸ ਹੈ। ਤਾਂ ਕਹਿੰਦੇ 10 ਪ੍ਰੋਡਕਟਸ ਦੇ ਇਕੁਅਲ ਹੀ ਜਿਹੜੀ ਆਪਣੀ ਵੇਜ ਰੇਟ ਹੈ ਉਹ ਕੀ ਹੋਏਗੀ ਫਿਕਸ ਹੋਏਗੀ। ਤਾਂ ਇਹਦੇ ਨਾਲ ਬੇਸਿਕ ਅਜ਼ੰਪਸ਼ਨਸ ਕੀ ਨੇ, ਤਾਂ ਬੇਸਿਕ ਅਜ਼ੰਪਸ਼ਨਸ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਵੇਜ ਡਿਟਰਮੀਨੇਸ਼ਨ ਨੂੰ ਲੈ ਕੇ ਮਾਰਜਨਲ ਪ੍ਰੋਡਕਟਿਵਿਟੀ ਥਿਊਰੀ ਦੇ ਥਰੂ ਫਰਸਟ ਇਜ਼ ਕਹਿੰਦੇ ਮਾਰਜਨਲ ਪ੍ਰੋਡਕਟਿਵਿਟੀ ਤੁਹਾਨੂੰ ਪਤਾ ਹੀ ਹੈ ਕਿ ਜਿੱਥੇ ਐਵਰੇਜ ਤੇ ਆਪਣੀ ਮਾਰਜਨਲ ਪ੍ਰੋਡਕਟਿਵਿਟੀ ਹੋਏਗੀ ਉਹਦੇ ਇਕੁਅਲ ਵੇਜ ਰੇਟ ਫਿਕਸ ਹੋਏਗਾ। ਤਾਂ ਫਸਟ ਪਰਫੈਕਟ ਕੰਪੀਟੀਸ਼ਨ ਇਨ ਪ੍ਰੋਡਕਟ ਮਾਰਕੀਟ ਐਂਡ ਫੈਕਟਰ ਮਾਰਕੀਟ, ਕਹਿੰਦੇ ਇਹਨਾਂ ਨੇ ਫਸਟ ਅਸਿਊਮ ਕੀਤਾ ਕਿ ਪ੍ਰੋਡਕਟ ਮਾਰਕੀਟ ਤੇ ਫੈਕਟਰ ਮਾਰਕੀਟ ਦੇ ਵਿੱਚ ਕੀ ਹੈ ਪਰਫੈਕਟ ਕੰਪੀਟੀਸ਼ਨ ਹੈ, ਕਿਉਂਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਪਹਿਲਾਂ ਆਪਾਂ ਵੇਜ ਡਿਟਰਮੀਨੇਸ਼ਨ ਦੇਖ ਰਹੇ ਹਾਂ। ਐਂਡ ਸੈਕੰਡ ਮਾਰਜਨਲ ਪ੍ਰੋਡਕਟਿਵਿਟੀ ਆਫ ਲੇਬਰ ਇਜ਼ ਸਬਜੈਕਟ ਟੂ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ। ਕਹਿੰਦੇ ਮਾਰਜਨਲ ਪ੍ਰੋਡਕਟਿਵਿਟੀ ਆ ਲੇਬਰ ਦੀ ਜਿਹੜੀ ਉਹਦੇ ਵਿੱਚ ਡਿਮਿਨਿਸ਼ਿੰਗ ਰਿਟਰਨਸ ਨੇ ਜਿਹੜੇ ਅਪਲਾਈ ਹੋ ਰਹੇ ਨੇ।
ਜਿਵੇਂ ਜਿਵੇਂ ਮੀਨਸ ਆਪਾਂ ਜਿਹੜਾ ਲੇਬਰ ਦਾ ਜ਼ਿਆਦਾ ਯੂਜ਼ ਕਰਦੇ ਜਾਂਦੇ ਆ ਤਾਂ ਲੇਬਰ ਦੇ ਥਰੂ ਹੋਣ ਵਾਲੀ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਉਹ ਸਾਡੀ ਕੀ ਹੋਣ ਲੱਗਦੀ ਹੈ, ਡਿਕਲਾਈਨ ਹੋਣ ਲੱਗਦੀ ਹੈ, ਡਿਮਿਨਿਸ਼ਿੰਗ ਹੁੰਦੀ ਜਾਂਦੀ ਆ। ਆਲ ਲੇਬਰਸ ਆਰ ਹੋਮੋਜੀਨੀਅਸ ਐਂਡ ਸੋ ਪਰਫੈਕਟ ਸਬਸਟੀਟਿਊਟ ਫॉर वन अनदर। ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿੰਨੀ ਵੀ ਲੇਬਰ ਯੂਜ਼ ਕੀਤੀ ਜਾਂਦੀ ਹੈ ਉਹ ਸਾਰੀ ਸੇਮ ਹੈ। ਜਿਹੋ ਜੀ 10th ਲੇਬਰ ਯੂਜ਼ ਕੀਤੀ ਗਈ ਸੀ ਉਹੀ ਹੀ ਸੇਮ 11th ਉਹਦੀ ਸਕਿੱਲਸ ਸੇਮ ਨੇ, ਠੀਕ ਹੈ। ਤੇ ਉਹਨਾਂ ਦੇ ਵਿੱਚ ਕਹਿੰਦੇ ਸਬਸਟੀਟਿਊਸ਼ਨ ਵੀ ਨਹੀਂ ਹੈਗਾ। ਐਂਡ ਫੁੱਲ ਇੰਪਲੋਇਮੈਂਟ ਸਿਚੁਏਸ਼ਨਸ ਇਜ਼ ਫਾਊਂਡ ਇਨ ਦਾ ਇਕੋਨਮੀ। ਇਕੋਨਮੀ ਦੇ ਵਿੱਚ ਕੀ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਹੈ, ਮੀਨਸ ਲੇਬਰ ਦੀ ਸਪਲਾਈ ਜ਼ਿਆਦਾ ਨਹੀਂ ਹੋ ਰਹੀ, ਸਪਲਾਈ ਤੇ ਡਿਮਾਂਡ ਕੀ ਆ ਫੁੱਲ ਇੰਪਲੋਇਮੈਂਟ ਦੇ ਵਿੱਚ ਕੀ ਆ ਇਕੁਅਲ ਹੈ। ਇਟ ਇੰਪਲਾਈਜ਼ ਇਨ ਲੌਂਗ ਰਨ, ਕਹਿੰਦੇ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਥਿਊਰੀ ਆ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਉਹ ਲੌਂਗ ਰਨ ਦੇ ਵਿੱਚ ਅਪਲਾਈ ਹੁੰਦੀ ਆ। ਟੈਕਨੀਕਸ ਆਫ ਪ੍ਰੋਡਕਸ਼ਨ ਰਿਮੇਨਸ ਕਾਂਸਟੈਂਟ, ਕਹਿੰਦੇ ਜੋ ਵੀ ਟੈਕਨੀਕਸ ਨੇ ਆਪਣੀ ਮਾਰਕੀਟ ਦੇ ਵਿੱਚ ਉਹ ਕੀ ਨੇ, ਕਾਂਸਟੈਂਟ ਨੇ। ਈਚ ਯੂਨਿਟ ਆਫ ਲੇਬਰ ਇਜ਼ ਪਰਫੈਕਟਲੀ ਮੋਬਾਈਲ, ਕਹਿੰਦੇ ਹਰ ਇੱਕ ਯੂਨਿਟ ਹੈ ਜਿਹੜਾ ਲੇਬਰ ਦਾ ਉਹ ਇੱਕ ਈਜ਼ੀ ਵਨ ਪਲੇਸ ਤੋਂ ਸੈਕੰਡ ਪਲੇਸ ਤੇ ਮੂਵ ਕੀਤਾ ਜਾ ਸਕਦਾ ਹੈ। ਐਜ਼ ਅ ਰਿਜ਼ਲਟ ਵੇਜ ਰੇਟ ਵਿਲ ਰਿਮੇਨ ਦਾ ਸੇਮ ਇਨ ਡਿਫਰੈਂਟ ਆਕੂਪੇਸ਼ਨਸ, ਕਹਿੰਦੇ ਵੇਜ ਰੇਟ ਸੇਮ ਰਹੇਗਾ ਡਿਫਰੈਂਟ ਆਕੂਪੇਸ਼ਨਸ ਦੇ ਵਿੱਚ। The statement of the theory, ਕਹਿੰਦੇ ਇਹਦੇ ਵਿੱਚ two theories ਨੇ ਆਪਣੀਆਂ ਪਰਫੈਕਟ ਕੰਪੀਟੀਸ਼ਨਸ ਨੂੰ ਲੈ ਕੇ। ਤੁਹਾਨੂੰ ਪਤਾ ਹੈ ਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਵੀ two time periods ਹੁੰਦਾ ਹਾਂ, ਜਾਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ ਮਾਰਕੀਟ ਫਰਮਸ ਨੇ ਤੁਹਾਨੂੰ ਪਤਾ ਹੈ ਉਹਦੇ ਵਿੱਚ ਕਹਿੰਦੇ ਇੰਡੀਵਿਜੂਅਲਸ ਇੰਡਸਟਰੀ। ਇਹਦੇ ਵਿੱਚ ਆਪਾਂ ਐਨਾਲਾਈਸਿਸ ਫਰੋਮ ਦਾ ਪੁਆਇੰਟ ਆਫ ਵਿਊ ਐਂਡ ਇੰਡਸਟਰੀ ਦੇ ਥਰੂ ਤੇ ਪੁਆਇੰਟ ਆਫ ਵਿਊ ਤੇ ਵੇਜ ਡਿਟਰਮੀਨੇਸ਼ਨ ਐਂਡ ਜੋ ਹੈ ਫਰਮ ਦੇ ਵਿਊ ਤੇ ਜਿਹੜਾ ਹੈ ਵੇਜ ਡਿਟਰਮੀਨੇਸ਼ਨ ਉਹ ਦੇਖਾਂਗੇ, ਮਾਰਜਨਲ ਪ੍ਰੋਡਕਟਿਵਿਟੀ ਚੈੱਕ ਕਰਾਂਗੇ। ਤਾਂ ਫਰਸਟਲੀ ਤੁਹਾਨੂੰ ਪਤਾ ਹੀ ਹੈ ਕਿ ਲਾਰਜ ਨੰਬਰ ਆਫ ਫਰਮਸ ਹੁੰਦੀਆਂ ਨੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ। ਅ ਗਰੁੱਪ ਆਫ ਫਰਮਸ ਮਿਲ ਕੇ ਬਣਾਉਂਦੀਆਂ ਨੇ ਇੱਕ ਇੰਡਸਟਰੀ ਬਣਾਉਂਦੀਆਂ ਨੇ। ਤਾਂ ਇੰਡਸਟਰੀ ਦੇ ਵਿੱਚ ਪਹਿਲਾਂ ਆਪਾਂ ਮਾਰਜਨਲ ਪ੍ਰੋਡਕਟਿਵਿਟੀ ਦੇ ਥਰੂ ਵੇਜਿਸ ਡਿਟਰਮੀਨੇਸ਼ਨ ਦੇਖਾਂਗੇ ਐਂਡ ਫਿਰ ਆਪਾਂ ਇੰਡੀਵਿਜੂਅਲਸ ਫਰਮਸ ਦੇ ਵਿੱਚ ਕੀ ਆ ਆਪਣੀ ਹੈ ਜੋ ਲੇਬਰ ਮਾਰਕੀਟ ਦੇ ਵਿੱਚ ਵੇਜ ਡਿਟਰਮੀਨੇਸ਼ਨ ਦੇਖਾਂਗੇ। ਤੇ ਸਭ ਤੋਂ ਪਹਿਲਾਂ ਦੇਖੋ ਐਨਾਲਾਈਸਿਸ ਆਫ ਦਾ ਥਿਊਰੀ ਫਰੋਮ ਦਾ ਪੁਆਇੰਟ ਆਫ ਵਿਊ ਐਂਡ ਇੰਡਸਟਰੀ। ਇੰਡਸਟਰੀ ਤੇ ਬੇਸ ਤੇ ਜਿਹੜਾ ਆਪਣਾ ਹੈ ਪੁਆਇੰਟ ਆਫ ਵਿਊ ਕਿ ਇੰਡਸਟਰੀ ਦੇ ਥਰੂ ਜਿਹੜਾ ਵੇਜ ਡਿਟਰਮੀਨੇਸ਼ਨ ਕਿਵੇਂ ਹੁੰਦਾ ਹੈ ਪਰਫੈਕਟ ਕੰਪੀਟੀਸ਼ਨ ਦੇ ਵਿੱਚ। ਕਹਿੰਦੇ ਅੰਡਰ ਪਰਫੈਕਟ ਕੰਪੀਟੀਸ਼ਨ ਵੇਜ ਰੇਟ ਇਜ਼ ਡਿਟਰਮਿਨਡ ਬਾਈ ਦਾ ਇੰਡਸਟਰੀ। ਜਿਵੇਂ ਕਿ ਗੁੱਡਸ ਮਾਰਕੀਟ ਦੇ ਵਿੱਚ, ਪ੍ਰੋਡਕਟ ਮਾਰਕੀਟ ਦੇ ਵਿੱਚ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜਾ ਪ੍ਰਾਈਸ ਸੀਗਾ ਗੁੱਡਸ ਦਾ ਉਹ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕਹਿੰਦੇ ਇੰਡਸਟਰੀ ਦੇ ਦੁਆਰਾ ਫਿਕਸ ਕੀਤਾ ਜਾਂਦਾ ਸੀ ਤੇ ਸਾਰੀਆਂ ਫਰਮਸ ਨੂੰ ਉਹੀ ਪ੍ਰਾਈਸ ਤੇ ਆਪਣੇ ਗੁੱਡਸ ਨੂੰ ਸੇਲ ਕਰਨਾ ਪੈਂਦਾ ਸੀ। ਇਸੇ ਤਰ੍ਹਾਂ ਸੇਮ ਆਪਣੇ ਇੰਡਸਟਰੀ ਦੇ ਦੁਆਰਾ ਇੱਥੇ ਕੀ ਆ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਵੇਜਿਸ ਫਿਕਸ ਕੀਤੀਆਂ ਜਾਂਦੀਆਂ ਨੇ। ਪ੍ਰਾਈਸ ਆਫ ਅ ਲੇਬਰ or any other factor is determined by the industry at the level where is demand equal to the supply of labor। ਕਹਿੰਦੇ long run ਦੇ ਵਿੱਚ perfect competition ਦੇ ਵਿੱਚ ਕਹਿੰਦੇ ਜਿਹੜੀ ਹੈ ਆਪਣੀ ਉੱਥੇ ਵੇਜ ਡਿਟਰਮੀਨੇਸ਼ਨ ਹੋਏਗਾ ਇੰਡਸਟਰੀ ਦੇ ਵਿੱਚ ਜਿੱਥੇ ਕਹਿੰਦੇ ਲੇਬਰ ਦੀ ਡਿਮਾਂਡ ਲੇਬਰ ਦੀ ਸਪਲਾਈ ਦੇ ਕੀ ਹੋਏਗੀ ਇਕੁਅਲ ਹੋਏਗੀ। ਕਹਿੰਦੇ ਮਾਰਜਨਲ ਪ੍ਰੋਡਕਟਿਵਿਟੀ ਥਿਊਰੀ ਆਫ ਵੇਜਿਸ ਇਜ਼ ਬੇਸਡ ਔਨ ਦਾ ਅਜ਼ੰਪਸ਼ਨਸ ਆਫ ਫੁੱਲ ਇੰਪਲੋਇਮੈਂਟ। ਤੁਹਾਨੂੰ ਪਤਾ ਹੀ ਹੈ ਕਿ ਮਾਰਜਨਲ ਪ੍ਰੋਡਕਟਿਵਿਟੀ ਥਿਊਰੀ ਦਾ ਬੇਸਿਕ ਅਜ਼ੰਪਸ਼ਨ ਕੀ ਹੈ ਕਿ ਇਕੋਨਮੀ ਦੇ ਵਿੱਚ ਫੁੱਲ ਇੰਪਲੋਇਮੈਂਟ ਦਾ ਫੁੱਲ ਇੰਪਲੋਇਮੈਂਟ ਕਿੱਥੇ ਹੋਏਗੀ ਜਿੱਥੇ ਲੇਬਰ ਦੀ ਡਿਮਾਂਡ ਤੇ ਲੇਬਰ ਦੀ ਸਪਲਾਈ ਕੀ ਹੋਏਗੀ ਇਕੁਅਲ ਹੋਏਗੀ। ਤੇ ਉਸ ਤੋਂ ਬਾਅਦ ਕੀ ਆ ਕਹਿੰਦੇ ਵੇਜ ਰੇਟ ਵਿਲ ਬੀ ਡਿਟਰਮਾਈਨਡ ਬਾਈ ਦਾ ਡਿਮਾਂਡ ਫॉर ਲੇਬਰਸ। ਵੀ ਸ਼ੁਡ therefore try to know the demand or marginal productivity curve of a factor that the industry of or economy। demand curve of the industry can be drawn with the help of ਕਹਿੰਦੇ the demand curve of the firm operating in the industry। ਕਹਿੰਦੇ ਇੰਡਸਟਰੀ ਦੀ ਡਿਮਾਂਡ ਕਰਵ ਤੇ ਸਪਲਾਈ ਕਰਵ ਦੇ ਥਰੂ ਜਿਹੜਾ ਵੇਜ ਡਿਟਰਮੀਨੇਸ਼ਨ ਉਹ ਹੋਏਗਾ। ਕਹਿੰਦੇ ਅੰਡਰ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਨੰਬਰ ਆਫ ਜਿਹੜੀਆਂ ਫਰਮਸ ਨੇ ਉਹ ਮਿਲ ਕੇ ਇੰਡਸਟਰੀ ਬਣਾਉਂਦੀਆਂ ਨੇ। ਤੇ ਉਸ ਤੋਂ ਬਾਅਦ ਕਹਿੰਦੀ ਆ ਮਾਰਜਨਲ ਪ੍ਰੋਡਕਟਿਵਿਟੀ ਕਰਵ ਹੈ ਜਿਹੜੀ ਆਪਾਂ ਉਹ ਪੋਸੀਬਲ ਨਹੀਂ ਹੈਗੀ ਸਾਰੀਆਂ ਫਰਮਸ ਦੀ। ਤਾਂ ਡਿਮਾਂਡ ਕਰਵ ਦੇ ਥਰੂ ਕਹਿੰਦੇ ਆਪਾਂ ਇੰਡਸਟਰੀ ਦੇ ਵਿੱਚ ਡਿਮਾਂਡ ਕਰਵ ਦੇ ਥਰੂ ਫਰਮਸ ਦੀ ਜਿਹੜੀ ਡਿਮਾਂਡ ਹੈ ਉਹ ਡਿਫਰੈਂਟ ਫਰਮਸ ਦੀ ਜੋ ਇੰਡਸਟਰੀ ਦੇ ਅੰਡਰ ਆ ਰਹੇ ਆ ਉਹ ਲੇਬਰ ਦੀ ਸਪਲਾਈ ਦਿਖਾਉਣਗੀਆਂ। ਕਹਿੰਦੇ ਜਿਹੜੀ ਡਿਮਾਂਡ ਕਰਵ ਹੈ ਲੇਬਰ ਦੀ ਉਹ ਕੀ ਹੋਏਗੀ ਲੈਫਟ ਰਾਈਟ ਡਾਊਨਵਰਡ ਹੋਏਗੀ। ਅੰਡਰ ਪਰਫੈਕਟ ਕੰਪੀਟੀਸ਼ਨ ਮਾਰਜਨਲ ਵੇਜਿਸ ਐਂਡ ਐਵਰੇਜ ਵੇਜਿਸ ਆਰ ਇਕੁਅਲ। ਕਹਿੰਦੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਦੋਂ ਵੇਜ ਇੰਡਸਟਰੀ ਵੇਜ ਡਿਟਰਮੀਨੇਸ਼ਨ ਹੋਏਗਾ ਅੰਡਰ ਇੰਡਸਟਰੀ ਦੇ ਥਰੂ ਤਾਂ ਕਹਿੰਦੇ ਕੀ ਹੋਏਗਾ ਆਪਣਾ ਜਿਹੜਾ ਮਾਰਜਨਲ ਵੇਜਿਸ ਹੈ ਤੇ ਐਵਰੇਜ ਵੇਜਿਸ ਉਹ ਕੀ ਹੋਣਗੀਆਂ ਇਕੁਅਲ ਹੋਣਗੀਆਂ। ਮਾਰਜਨਲ ਵੇਜਿਸ ਤੁਹਾਨੂੰ ਪਤਾ ਹੀ ਹੈ ਕਿ ਇੱਕ ਯੂਨਿਟ ਇੱਕ ਲੇਬਰ ਐਕਸਟਰਾ ਲਗਾਉਣ ਦੇ ਨਾਲ ਜੋ ਉਹਨੂੰ ਪੇਮੈਂਟਸ ਹੋਏਗੀ ਦੈਟ ਇਜ਼ ਅ ਮਾਰਜਨਲ ਵੇਜਿਸ। ਐਂਡ ਐਵਰੇਜ ਵੇਜਿਸ ਕੀ ਨੇ ਕਿ ਆਪਾਂ ਪਰ ਪ੍ਰੋਡਕਟ ਦੀ ਕਿੰਨਾ ਜੋ ਹੈ ਵੇਜਿਸ ਇੱਕ ਲੇਬਰ ਨੂੰ ਕਿੰਨੀ ਵੇਜਿਸ ਦੇ ਰਹੇ ਹਾਂ ਪ੍ਰੋਡਕਸ਼ਨ ਦੇ ਲਈ ਤਾਂ ਦੈਟ ਇਜ਼ ਅ ਐਵਰੇਜ ਵੇਜਿਸ। ਕਹਿੰਦੇ ਮਾਰਜਨਲ ਵੇਜਿਸ ਤੇ ਐਵਰੇਜ ਵੇਜਿਸ ਆ ਜਿਹੜੀਆਂ ਆਪਣੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਉਹ ਇਕੁਅਲ ਹੋਣਗੀਆਂ ਲੌਂਗ ਰਨ ਦੇ ਵਿੱਚ। ਤਾਂ ਇੰਡਸਟਰੀ ਦੇ ਵਿੱਚ ਕਹਿੰਦੇ ਮਾਰਜਨਲ ਤੇ ਐਵਰੇਜ ਵੇਜਿਸ ਨੂੰ ਦੇਖਿਆ ਜਾਏਗਾ ਜਿੱਥੇ ਕਹਿੰਦੇ ਇੰਡਸਟਰੀ ਦੇ ਵਿੱਚ ਐਵਰੇਜ ਵੇਜਿਸ ਤੇ ਮਾਰਜਨਲ ਵੇਜਿਸ ਕਿਉਂਕਿ ਦੋਨੇ ਇਕੁਅਲ ਨੇ AW = MW ਹੈ ਠੀਕ ਹੈ। ਜਿੱਥੇ ਕਹਿੰਦੇ ਐਵਰੇਜ ਤੇ ਮਾਰਜਨਲ ਵੇਜਿਸ ਇਕੁਅਲ ਟੂ ਮਾਰਜਨਲ ਪ੍ਰੋਡਕਟਿਵਿਟੀ ਹੋਏਗਾ ਉੱਥੇ ਕਹਿੰਦੇ ਜਿਹੜੀ ਆਪਣੀ ਵੇਜ ਡਿਟਰਮੀਨੇਸ਼ਨ ਹੈ ਉਹ ਹੋਏਗਾ
ਤਾਂ ਆਪਾਂ ਦੇਖ ਸਕਦੇ ਹਾਂ ਵਿਦ ਦ ਹੈਲਪ ਆਫ ਡਾਇਗਰਾਮ। ਠੀਕ ਹੈ, ਤਾਂ ਨੈਕਸਟ ਉਸ ਤੋਂ ਬਾਅਦ ਦੇ ਵਿੱਚ ਡਾਇਗਰਾਮ ਆਏਗਾ, ਉਸ ਤੋਂ ਬਾਅਦ ਪਹਿਲਾਂ ਐਕਸਪਲੇਨੇਸ਼ਨ ਦੇਖਦੇ ਹਾਂ ਆਪਾਂ। ਤਾਂ ਇਸ ਦੇ ਵਿੱਚ ਕੀ ਸੀਗਾ, ਟੂ ਮਾਰਕੀਟਸ ਆਪਾਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਦੇਖਦੇ ਹਾਂ। ਸਭ ਤੋਂ ਪਹਿਲਾਂ ਕੀ ਹੈ, ਡਿਮਾਂਡ ਫॉर ਲੇਬਰ। ਕਹਿੰਦੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕੀ ਹੁੰਦੀ ਹੈ, ਲੇਬਰ ਦੀ ਡਿਮਾਂਡ ਹੁੰਦੀ ਹੈ। ਤਾਂ ਇੱਥੇ ਕੀ ਹੈ, ਜਿੱਥੇ ਕਹਿੰਦੇ ਇਕੁਇਲਿਬਰੀਅਮ ਹੋਏਗਾ ਡਿਮਾਂਡ ਐਂਡ ਸਪਲਾਈ ਆਫ ਲੇਬਰ ਦੇ ਵਿੱਚ, ਉੱਥੇ ਜਿਹੜਾ ਆਪਣਾ ਹੈ ਵੇਜ ਡਿਟਰਮੀਨੇਸ਼ਨ ਹੋਏਗਾ। ਤਾਂ ਇੱਥੇ ਡਿਮਾਂਡ ਫॉर ਲੇਬਰ ਕਹਿੰਦੇ ਹਰ ਇੱਕ ਕਹਿੰਦੇ ਇੰਡਸਟਰੀ ਦੇ ਵਿੱਚ ਨੰਬਰ ਆਫ ਵਰਕਰਸ ਦਾ ਇੰਪਲੋਇਰਸ ਵੁੱਡ ਲਾਈਕ ਟੂ ਹਾਇਰ। ਡਿਮਾਂਡ ਫॉर ਲੇਬਰ ਕੀ ਹੁੰਦੀ ਹੈ, ਕਹਿੰਦੇ ਇੱਕ ਐਡਜਸਟਿੰਗ ਵੇਜ ਰੇਟ ਤੇ ਜੋ ਇੰਡਸਟਰੀਜ਼ ਨੇ ਆਊਟਪੁੱਟ ਦੇ ਲਈ ਕੀ ਕਰਦੇ ਨੇ, ਆਪਣੀ ਲੇਬਰ ਦੀ ਡਿਮਾਂਡ ਕਰਦੇ ਨੇ। ਕਹਿੰਦੇ ਡਿਮਾਂਡ ਫॉर ਲੇਬਰ both depends on productivity of labor and price the market sets for the ਵਰਕਰਸ ਆਊਟਪੁੱਟ। ਕਹਿੰਦੇ ਆਪਣੀ ਜੋ ਹੈ ਮਾਰਕੀਟ, ਉਹਦੇ ਵਿੱਚ ਲੇਬਰ ਮਾਰਕੀਟ ਦੇ ਵਿੱਚ ਕਹਿੰਦੇ ਜਿਹੜੀ ਆਪਣੀ ਡਿਮਾਂਡ ਫॉर ਲੇਬਰ ਆ ਉਹ ਕਿਸ ਚੀਜ਼ ਤੇ ਡਿਪੈਂਡ ਕਰਦੀ ਆ, ਲੇਬਰ ਦੀ ਪ੍ਰਾਈਸ ਤੇ ਡਿਪੈਂਡ ਕਰਦੀ ਆ ਤੇ ਆਪਣੀ ਆਊਟਪੁੱਟ ਦੀ ਪ੍ਰਾਈਸ ਤੇ ਡਿਪੈਂਡ ਕਰਦੀ ਆ। ਕਹਿੰਦੇ ਮੋਰ ਪ੍ਰੋਡਕਟਿਵ ਦਾ ਵਰਕਰਸ ਆਰ, ਮੋਰ ਇਜ਼ ਦਾ ਵੈਲਿਊ ਆਫ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਬਾय them। ਕਹਿੰਦੇ ਅਗਰ ਲੇਬਰ ਜਿਹੜੀ ਹੈ ਮੋਰ ਪ੍ਰੋਡਕਸ਼ਨ ਕਰਦੀ ਹੈ, ਮਾਰਜਨਲ ਪ੍ਰੋਡਕਟਿਵਿਟੀ ਲੇਬਰ ਦੀ ਜ਼ਿਆਦਾ ਹੈ, ਤਾਂ ਆਊਟਪੁੱਟ ਵੀ ਜ਼ਿਆਦਾ ਹੋਏਗੀ, ਤਾਂ ਰੈਵਨਿਊ ਵੀ ਜ਼ਿਆਦਾ ਹੋਏਗਾ ਤੇ ਵੇਜਸ ਵੀ ਕੀ ਹੋਣਗੀਆਂ, ਜ਼ਿਆਦਾ ਹੋਣਗੀਆਂ। ਤਦ ਕਹਿੰਦੇ ਡਿਮਾਂਡ ਰਿਲੇਸ਼ਨਸ਼ਿਪ ਦੱਸਦੀ ਆ ਬਿਟਵੀਨ ਦਾ ਆਊਟਪੁੱਟ ਐਂਡ ਨੰਬਰ ਆਫ ਵਰਕਰਸ। ਜਿਵੇਂ ਕਿ ਇੱਕ ਹਾਰਡਵੇਅਰ ਕੰਪਨੀ ਆ, ਉਹਦੇ ਵਿੱਚ ਕਹਿੰਦੇ ਆਪਾਂ ਪ੍ਰੋਡਕਸ਼ਨ ਕਰਨੀ ਆ, ਤਾਂ ਨੰਬਰ ਆਫ ਜਿਹੜੀ ਹੈ ਆਪਣੀ ਲੇਬਰ, ਉਸ ਜਿਹੜੀ ਡਿਮਾਂਡ ਫॉर ਲੇਬਰ ਆਫ ਪ੍ਰੋਡਕਸ਼ਨ ਤੇ ਮਾਰਜਨਲ ਪ੍ਰੋਡਕਟਿਵਿਟੀ ਤੇ ਡਿਪੈਂਡ ਕਰਦੀ ਹੈ ਕਿ ਕਿੰਨੀ ਆਪਾਂ ਜਿਹੜੀ ਹੈ ਆਪਣੀ ਲੇਬਰ ਪ੍ਰੋਡਕਸ਼ਨ ਕਰ ਰਹੀ ਹੈ। ਕਹਿੰਦੇ ਮਾਰਜਨਲ ਪ੍ਰੋਡਕਟਿਵਿਟੀ ਹੈ, ਜਿਵੇਂ ਜਿਵੇਂ ਆਪਾਂ ਲੇਬਰ ਦਾ ਯੂਜ਼ ਕਰਦੇ ਜਾਂਦੇ ਆ ਜ਼ਿਆਦਾ, ਤਾਂ ਆਪਣੀ ਮਾਰਜਨਲ ਪ੍ਰੋਡਕਟਿਵਿਟੀ ਕੀ ਹੁੰਦੀ ਜਾਂਦੀ ਹੈ, ਡਿਮਿਨਿਸ਼ਿੰਗ ਹੁੰਦੀ ਜਾਂਦੀ ਹੈ। ਤੇ ਕਈ ਸਾਰੇ ਰੀਜ਼ਨਸ ਨੇ ਜਿਹੜੇ ਆਪਣੇ ਮਾਰਜਨਲ ਪ੍ਰੋਡਕਟਿਵਿਟੀ ਆਫ ਲੇਬਰ ਨੂੰ ਕੀ ਕਰਦੇ ਨੇ, ਅਫੈਕਟ ਕਰਦੇ ਨੇ। ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਵੇਂ ਕਹਿੰਦੇ ਨੰਬਰ ਆਫ ਵਰਕਰਸ ਇਨਕਰੀਜ਼ ਹੁੰਦੇ ਨੇ, ਤਾਂ ਮਾਰਜਨਲ ਪ੍ਰੋਡਕਟਿਵਿਟੀ ਹੈ ਜਿਹੜੀ ਲੇਬਰ ਦੀ ਉਹ ਕੀ ਹੁੰਦੀ ਹੈ, ਡਿਕਰੀਜ਼ ਹੁੰਦੀ ਆ। ਪਹਿਲਾਂ ਤਾਂ ਜਿਹੜੀ ਪ੍ਰੋਡਕਟਿਵਿਟੀ ਹੈ ਲੇਬਰ ਦੀ ਇਨਕਰੀਜ਼ ਹੋਏਗੀ, ਇਨਕਰੀਜ਼ਿੰਗ ਰਿਟਰਨਸ ਆਉਣਗੇ, ਜਿਵੇਂ ਜਿਵੇਂ ਆਪਾਂ ਲੇਬਰ ਦਾ ਜ਼ਿਆਦਾ ਯੂਜ਼ ਕਰਾਂਗੇ, ਫਿਰ ਕੌਨਸਟੈਂਟ ਰਿਟਰਨਸ ਆਉਣਗੇ, ਫਿਰ ਡਿਮਿਨਿਸ਼ਿੰਗ ਰਿਟਰਨਸ ਆਉਣੇ ਸਟਾਰਟ ਹੋ ਜਾਂਦੇ ਨੇ। ਤਾਂ ਜਿਹੜੀ ਆਪਣੀ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ ਆ, ਮਾਰਜਨਲ ਪ੍ਰੋਡਕਟਿਵਿਟੀ ਉਹ ਕੀ ਹੁੰਦੀ ਹੈ, ਲੈਫਟ ਰਾਈਟ ਡਾਊਨਵਰਡ ਹੁੰਦੀ ਆ। ਉਸ ਤੋਂ ਬਾਅਦ ਹੈਗਾ ਫੈਕਟਰ ਅਫੈਕਟਿੰਗ ਡਿਮਾਂਡ ਫॉर ਲੇਬਰਸ। ਕਹਿੰਦੇ ਕਈ ਬਹੁਤ ਸਾਰੇ ਫੈਕਟਰਸ ਨੇ ਜਿਹੜੇ ਲੇਬਰ ਦੀ ਡਿਮਾਂਡ ਨੂੰ ਕੀ ਕਰਦੇ ਨੇ, ਅਫੈਕਟ ਕਰਦੇ ਨੇ। ਕਹਿੰਦੇ ਨੰਬਰ ਆਫ ਵਰਕਰਸ ਨੇ ਜਿਹੜੇ ਉਹ ਕੰਪਨੀ ਦੇ ਦੁਆਰਾ ਹਾਇਰ ਕੀਤੇ ਜਾਂਦੇ ਨੇ, ਠੀਕ ਹੈ, ਤੇ ਉਹਨਾਂ ਨੂੰ ਰੀਅਲ ਵੇਜਿਸ ਦਿੱਤੀਆਂ ਜਾਂਦੀਆਂ ਨੇ। ਤਾਂ ਜਿਹੜੀ ਡਿਮਾਂਡ ਫॉर ਲੇਬਰ ਹੈ ਉਹ ਰੀਅਲ ਵੇਜਿਸ ਤੇ ਡਿਪੈਂਡ ਕਰਦੀ ਹੈ, ਤੇ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ, ਕਿੰਨੀ ਮਾਰਜਨਲ ਪ੍ਰੋਡਕਟਿਵਿਟੀ ਹੋ ਰਹੀ ਹੈ ਉਸ ਚੀਜ਼ ਤੇ ਡਿਪੈਂਡ ਕਰਦੀ ਆ। ਕਹਿੰਦੇ ਚੇਂਜਸ ਇਨ ਦਾ ਇਕੋਨਮੀ ਡੈਟ ਇਨਕਰੀਜ਼ਸ ਦਾ ਵੈਲਿਊ ਆਫ ਵਰਕਰਸ, ਮਾਰਜਨਲ ਪ੍ਰੋਡਕਟਿਵਿਟੀ ਵਿਲ ਇਨਕਰੀਜ਼ ਦਾ ਵੈਲਿਊ ਆਫ ਐਕਸਟਰਾ ਵਰਕਰਸ ਆਫ ਦਾ ਕੰਪਨੀ। ਤਾਂ ਆਪਾਂ ਦੇਖ ਸਕਦੇ ਹਾਂ ਕਿ ਕਈ ਇਨ ਸ਼ਾਰਟ ਰਨ ਕਹਿੰਦੇ ਮੋਸਟਲੀ ਸ਼ਾਰਟ ਰਨ ਦੇ ਵਿੱਚ ਟੂ ਫੈਕਟਰਸ ਨੇ ਜਿਹੜੇ ਡਾਇਰੈਕਟਲੀ ਅਫੈਕਟ ਕਰਨਗੇ ਲੇਬਰ ਦੀ ਡਿਮਾਂਡ ਨੂੰ। ਤਾਂ ਫਰਸਟ ਕਹਿੰਦੇ ਕਿਹੜਾ ਫੈਕਟਰ ਹੈ, ਐਨ ਇਨਕਰੀਜ਼ ਇਨ ਦਾ ਪ੍ਰਾਈਸ ਆਫ ਕੰਪਨੀਜ਼ ਆਊਟਪੁੱਟ। ਕਹਿੰਦੇ ਲੇਬਰ ਦੀ ਡਿਮਾਂਡ ਕਿਸ ਚੀਜ਼ ਦੇ ਥਰੂ ਅਫੈਕਟ ਹੋਏਗੀ, ਜਦ ਕੰਪਨੀ ਦੀ ਜਿਹੜੀ ਆਊਟਪੁੱਟ ਉਹਦਾ ਪ੍ਰਾਈਸ ਕੀ ਹੋਏਗਾ, ਚੇਂਜ ਹੋਏਗਾ। ਜਦ ਕੰਪਨੀ ਦੀ ਆਊਟਪੁੱਟ ਦਾ ਪ੍ਰਾਈਸਿਸ ਇੰਕਰੀਜ਼ ਡਿਕਰੀਜ਼ ਹੋਣਗੇ, ਮੀਨਸ ਕਾਸਟ ਆਫ ਪ੍ਰੋਡਕਸ਼ਨ ਇੰਕਰੀਜ਼ ਡਿਕਰੀਜ਼ ਹੋਏਗੀ, ਤਾਂ ਜਿਹੜੀ ਆਪਣੀ ਡਿਮਾਂਡ ਫॉर ਲੇਬਰ ਇਸ ਦੇ ਥਰੂ ਅਫੈਕਟ ਕਰੇਗੀ। ਐਂਡ ਸੈਕੰਡ ਇਜ਼ ਐਨ ਇਨਕਰੀਜ਼ ਇਨ ਦਾ ਲੇਬਰ ਪ੍ਰੋਡਕਟਿਵਿਟੀ ਆਫ ਦਾ ਕੰਪਨੀਜ਼ ਵਰਕਰ, ਕਿ ਵਰਕਰਸ ਦੀ ਜਿਹੜੀ ਲੇਬਰ ਪ੍ਰੋਡਕਟਿਵਿਟੀ ਆ ਉਸ ਚੀਜ਼ ਤੇ ਵੀ ਲੇਬਰ ਦੀ ਡਿਮਾਂਡ ਹੈ ਜਿਹੜੀ ਉਹ ਕੀ ਕਰਦੀ ਹੁੰਦੀ ਹੈ, ਡਿਪੈਂਡ ਕਰਦੀ ਹੁੰਦੀ ਆ। ਅਗਰ ਆਪਾਂ ਕਾਸਟ ਆਫ ਪ੍ਰੋਡਕਸ਼ਨ ਦੇਖੀਏ, ਅਗਰ ਕਾਸਟ ਆਫ ਪ੍ਰੋਡਕਸ਼ਨ ਜ਼ਿਆਦਾ ਆ ਰਹੀ ਹੈ ਲੇਕਿਨ ਰਿਟਰਨਸ ਘੱਟ ਮਿਲ ਰਹੇ ਨੇ, ਤਾਂ ਲੇਬਰ ਦੀ ਡਿਮਾਂਡ ਕੀ ਹੋਏਗੀ, ਘੱਟ ਹੋਏਗੀ। ਲੇਕਿਨ ਇਸ ਤੋਂ ਉਲਟ ਜੇਕਰ ਰਿਟਰਨਸ ਜ਼ਿਆਦਾ ਨੇ, ਮੀਨਸ ਕਾਸਟ ਆਪਣੀ ਡਿਮਿਨਿਸ਼ਿੰਗ ਹੋ ਰਹੀ ਹੈ, ਐਵਰੇਜ ਕਾਸਟ ਘੱਟ ਰਹੀ ਹੈ, ਤਾਂ ਲੇਬਰ ਦੀ ਡਿਮਾਂਡ ਕੀ ਹੋਏਗੀ, ਜ਼ਿਆਦਾ ਹੋਏਗੀ, ਕਿਉਂਕਿ ਆਊਟਪੁੱਟ ਜ਼ਿਆਦਾ ਹੋ ਰਹੀ ਹੈ। ਐਂਡ ਉਸ ਤੋਂ ਬਾਅਦ ਅਗਰ ਕਹਿੰਦੇ ਕੰਪਨੀ ਦੇ ਵਿੱਚ ਆਪਣੀ ਦੇ ਵਿੱਚ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਹੈ ਲੇਬਰ ਦੀ ਉਹ ਇਨਕਰੀਜ਼ ਹੋ ਰਹੀ ਹੈ, ਤਾਂ ਲੇਬਰ ਦੀ ਡਿਮਾਂਡ ਜ਼ਿਆਦਾ ਹੋਏਗੀ। ਅਗਰ ਲੇਬਰ ਦੀ ਮਾਰਜਨਲ ਪ੍ਰੋਡਕਟਿਵਿਟੀ ਡਿਕਰੀਜ਼ ਹੋ ਰਹੀ ਹੈ, ਤਾਂ ਲੇਬਰ ਦੀ ਡਿਮਾਂਡ ਕੀ ਹੋਏਗੀ, ਘੱਟ ਹੋਏਗੀ। ਇਹ ਟੂ ਫੈਕਟਰਸ ਨੇ ਜਿਹੜੇ ਲੇਬਰ ਦੀ ਡਿਮਾਂਡ ਨੂੰ ਕੀ ਕਰਦੇ ਨੇ, ਅਫੈਕਟ ਕਰਦੇ ਨੇ। ਤਾਂ ਫਰਮਾਂ ਦੁਆਰਾ ਉਤਪਾਦਨ ਦੀ ਕੀਮਤ ਵਿੱਚ ਵਾਧਾ, ਐਂਡ ਇਨਕਰੀਜ਼ ਇਨ ਦਾ ਪ੍ਰਾਈਸ ਆਫ ਦਾ ਕੰਪਨੀਜ਼ ਆਊਟਪੁੱਟ, ਜ਼ਿਆਦਾ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਹੋਣਾ, ਤਾਂ ਲੇਬਰ ਦੀ ਡਿਮਾਂਡ ਕੀ ਹੈ, ਘੱਟ ਜਾਂਦੀ ਹੈ। ਐਂਡ ਐਨ ਇਨਕਰੀਜ਼ ਇਨ ਦਾ ਲੇਬਰ ਪ੍ਰੋਡਕਟਿਵਿਟੀ ਆਫ ਕੰਪਨੀਜ਼ ਵਰਕਰ, ਜਦੇ ਲੇਬਰ ਦੀ ਜਿਹੜੀ ਹੈ ਲੇਬਰ ਪ੍ਰੋਡਕਟਿਵਿਟੀ ਇਨਕਰੀਜ਼ ਹੋ ਜਾਂਦੀ ਹੈ ਵਰਕਰਸ ਦੀ, ਤਦ ਕੀ ਆ ਲੇਬਰ ਦੀ ਡਿਮਾਂਡ ਕੀ ਹੋਏਗੀ, ਜ਼ਿਆਦਾ ਹੋਏਗੀ। ਤਾਂ ਲੇਬਰ ਦੀ ਡਿਮਾਂਡ ਇਹ ਟੂ ਫੈਕਟਰਸ ਤੇ ਕੀ ਕਰਦੀ ਹੈ, डिपेंड करती है। एंड द सेकंड इज सप्लाई ऑफ लेबर। सप्लाई ऑफ लेबर किस चीज से डिपेंड करती है, कहते इकोनॉमिस्ट यूज द बेसिक मॉडल ऑफ चॉइस टू हेल्प अंडरस्टैंड पैटर्न ऑफ लेबर सप्लाई। द डिसीजन अबाउट हाउ मच लेबर टू सप्लाई इज द चॉइस बिटवीन द
ਕੰਜ਼ੰਪਸ਼ਨ ਐਂਡ ਲੇਬਰ, ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਹਾਊਸਹੋਲਡ ਸੈਕਟਰ ਹੈ ਉਹ ਲੇਬਰ ਦੀ ਸਪਲਾਈ ਕਰਦਾ। ਹਾਊਸਹੋਲਡ ਸੈਕਟਰ ਕੀ ਹੈ, ਜਾਂ ਤਾਂ ਕਹਿੰਦੇ ਆਪਣਾ ਲੇਅਰ ਰਹਿਣਾ ਪਸੰਦ ਕਰਦਾ ਹੈ ਜਾਂ ਫਿਰ ਉਹ ਕੰਜ਼ੰਪਸ਼ਨ ਕਰਨਾ ਪਸੰਦ ਕਰਦਾ ਹੈ। ਤਾਂ ਕੰਜ਼ੰਪਸ਼ਨ ਉਹ ਉਦੋਂ ਕਰੇਗਾ ਜਦੋਂ ਉਹਦੇ ਕੋਲ ਕੀ ਹੋਏਗਾ, ਵਰਕ ਹੋਏਗਾ, ਵਰਕ ਦੇ ਥਰੂ ਉਹਦੇ ਕੋਲ ਕੀ ਆਏਗਾ, ਪੈਸਾ ਆਏਗਾ। ਤਾਂ ਟੂ ਕਹਿੰਦੇ ਜਿਹੜੀਆਂ ਹੈ ਥਿੰਗਸ ਉਹਨਾਂ ਦੇ ਵਿੱਚ ਸਬਸਟੀਟਿਊਟ ਹੁੰਦਾ ਵਰਕਿੰਗ ਟਾਈਮ ਐਂਡ ਲੇਅਰ ਟਾਈਮ। ਕਹਿੰਦੇ ਜਿਹੜਾ ਫੁੱਲ ਟਾਈਮ ਹੁੰਦਾ ਲੇਬਰ ਦਾ ਉਹ ਟੂ ਪਾਰਟਸ ਦੇ ਵਿੱਚ ਡਿਵਾਈਡ ਕਰਦਾ, ਜਾਂ ਤਾਂ ਉਹ ਵਰਕ ਕਰਨਾ ਪਸੰਦ ਕਰਦੇ ਨੇ ਵਰਕ ਦੇ ਥਰੂ, ਬਾਅਦ ਦੇ ਵਿੱਚ ਕੰਜ਼ੰਪਸ਼ਨ, ਜਾਂ ਫਿਰ ਉਹ ਲੇਅਰ ਰਹਿਣਾ ਵਿਹਲੇ ਰਹਿਣਾ ਕੀ ਆ ਪਸੰਦ ਕਰਦੇ ਨੇ। ਤਾਂ ਇਹਨਾਂ ਦੇ ਵਿੱਚ ਕੀ ਹੁੰਦਾ, ਦੋਨਾਂ ਦੇ ਵਿੱਚ ਕਹਿੰਦੇ ਕੰਪੈਰੀਜ਼ਨ ਹੁੰਦਾ, ਦੋਨਾਂ ਦੇ ਵਿੱਚ ਸਬਸਟੀਟਿਊਟ ਹੁੰਦਾ ਹੈ। ਜਦੋਂ ਕਹਿੰਦੇ ਆਪਣੀਆਂ ਵੇਜਿਸ ਘੱਟ ਹੁੰਦੀਆਂ ਨੇ ਤਾਂ ਪੀਪਲਸ ਨੇ ਜਿਹੜੇ ਆਪਣੇ ਲੇਬਰ ਆ ਜਿਹੜੀ ਵੇਜਿਸ ਘੱਟ ਹੋਣ ਕਰਕੇ ਕੀ ਆ ਉਹ ਆਪਣੇ ਜ਼ਿਆਦਾ ਟਾਈਮ ਲੇਅਰ ਰਹਿਣਾ ਪਸੰਦ ਕਰਦੇ ਨੇ ਤੇ ਘੱਟ ਟਾਈਮ ਉਹ ਵਰਕ ਕਰਦੇ ਨੇ, ਵਰਕ ਕਰਦੇ ਨੇ। ਲੇਕਿਨ ਜਿਵੇਂ ਜਿਵੇਂ ਵੇਜਿਸ ਇੰਕਰੀਜ਼ ਹੋਣੀਆਂ ਸਟਾਰਟ ਹੁੰਦੀਆਂ ਨੇ ਤਦ ਉਹ ਕਹਿੰਦੇ ਆਪਣੇ ਲੇਅਰ ਟਾਈਮ ਨੂੰ ਘਟਾਉਂਦੇ ਨੇ ਤੇ ਵਰਕ ਨੂੰ ਕੀ ਕਰਦੇ ਨੇ, ਇੰਕਰੀਜ਼ ਕਰਦੇ ਨੇ, ਕਿਉਂਕਿ ਉਹਨਾਂ ਨੂੰ ਵੇਜਿਸ ਜ਼ਿਆਦਾ ਮਿਲਣੀਆਂ ਸਟਾਰਟ ਹੋ ਜਾਂਦੀਆਂ ਨੇ ਤਦ ਉਹ ਜ਼ਿਆਦਾ ਪੈਸਾ ਇਕੱਠਾ ਕਰਨਾ ਚਾਹੁੰਦੇ ਨੇ ਤੇ ਉਹ ਆਪਣੇ ਕੰਮ ਨੂੰ ਵਧਾ ਦਿੰਦੇ ਨੇ, ਵਰਕ ਨੂੰ ਵਧਾ ਦਿੰਦੇ ਨੇ ਤੇ ਲੇਅਰ ਟਾਈਮ ਨੂੰ ਘੱਟ ਕਰਦੇ ਨੇ। ਠੀਕ ਹੈ, ਲੇਕਿਨ ਜਦੋਂ ਵੇਜਿਸ ਘੱਟ ਕਰੋ ਲੇਅਰ ਟਾਈਮ ਨੂੰ ਇੰਜੋਏ ਕਰਨਾ ਕੀ ਆ ਪਸੰਦ ਕਰਦੇ ਨੇ। ਤਾਂ ਜਿਹੜੀ ਲੇਬਰ ਦੀ ਸਪਲਾਈ ਕਰਵ ਹੈ ਉਹ ਕੀ ਹੁੰਦੀ ਆ ਇਸ ਟਾਈਮ ਪੀਰੀਅਡ ਦੇ ਵਿੱਚ ਬੈਕਵਰਡ ਬੈਂਡਿੰਗ ਸਪਲਾਈ ਕਰਵ ਹੁੰਦੀ ਹੈ। ਪਹਿਲਾਂ ਲੇਬਰ ਦੀ ਸਪਲਾਈ ਇਨਕਰੀਜ਼, ਬਾਅਦ ਦੇ ਵਿੱਚ ਡਿਕਰੀਜ਼। ਠੀਕ ਹੈ, backward bending shape of labor supply curve results from the fact higher wage rate creates disincentives and longer horses of work। ਲੇਕਿਨ ਇੱਕ ਟਾਈਮ ਤੋਂ ਬਾਅਦ ਵੀ ਅਗਰ ਲੇਬਰ ਦੀਆਂ ਵੇਜਿਸ ਇੰਕਰੀਜ਼ ਹੋ ਰਹੀਆਂ ਨੇ, ਸਪਲਾਈ ਇੰਕਰੀਜ਼ ਹੋ ਰਹੀ ਹੈ ਤਾਂ ਕਈ ਵਾਰ ਲੇਬਰ ਦੇ ਕੋਲ ਵੇਜਿਸ ਦੇ ਥਰੂ ਇਨਕਮ ਬਹੁਤ ਜ਼ਿਆਦਾ ਕਲੈਕਟ ਹੋ ਜਾਂਦੀ ਆ। ਤਾਂ ਉਸ ਤੋਂ ਬਾਅਦ ਵੀ ਉਹ ਥੋੜਾ ਟਾਈਮ ਰੈਸਟ ਲੈਣਾ ਚਾਹੁੰਦੇ ਨੇ ਤੇ ਆਪਣੇ ਵਰਕਿੰਗ ਆਵਰ ਘਟਾ ਦਿੰਦੇ ਨੇ, ਜ਼ਿਆਦਾ ਲੇਅਰ ਟਾਈਮ ਰਹਿ ਕੇ ਉਹ ਆਪਣੇ ਪੈਸੇ ਦਾ ਇੰਜੋਏ ਕਰਨਾ ਚਾਹੁੰਦੇ ਨੇ। ਤਾਂ ਫਿਰ ਕਹਿੰਦੇ ਜਿਹੜੀ ਆਪਣੀ ਸਪਲਾਈ ਕਰਵ ਹੈ ਆਪਣੀ ਲੇਬਰ ਦੀ ਉਹ ਕੀ ਹੋ ਜਾਂਦੀ ਹੈ, ਬੈਕਵਰਡ ਸ਼ਿਫਟ ਹੋ ਜਾਂਦੀ ਹੈ। ਤਾਂ ਇਹ ਸੀਗਾ ਆਪਣਾ ਪਰਫੈਕਟ ਕੰਪੀਟੀਸ਼ਨ ਦੇ ਵਿੱਚ डिमांड एंड सप्लाई कर्व ऑफ लेबर। ठीक है, तो जी डिमांड कर्व है एक इंडस्ट्री के थ्रू कहते वेज डिटरमिनेशन उत्थे होएगा जिथे डिमांड एंड सप्लाई ऑफ लेबर इक्वल होएगी ते वेजिस कहते मार्जिनल प्रोडक्टिविटी दे इक्वल ही की जाएगी, फिक्स की जाएगी। तो लॉन्ग रन के सप्लाई ऑफ लेबर की मोस्टली अज्यूम किया गया कि फिक्स है। एंड अ पॉइंट ऑफ व्यू एनालिसिस ऑफ द थ्योरी फ्रॉम द पॉइंट ऑफ व्यू फर्म, अगर एक फर्म की गल करिए तो फर्म के भी कहते ओनली कहते लेबरस ਨੂੰ ਉਦੋਂ ਹੀ यूज किया जाएगा, लेबर की प्राइस उत्ते डिटरमिनेट की जाएगी जिथे MRP इज इक्वल टू MW है, मार्जिनल रेवन्यू ऑफ प्रोडक्टिविटी इक्वल टू मार्जिनल वेजिस है। एक यूनिट जो एक्सट्रा आप लेबर का यूज करते हैं ਉਹਦੇ इक्वल ਆਪਾਂ ਨੂੰ जो पेमेंट्स करते हैं ਉਹਦੇ इक्वल ਆਪਾਂ ਨੂੰ रेवन्यू हो रहा। तद कहते इंप्लॉयमेंट फर्म्स इक्विलिब्रियम के ਆਪਾਂ ने इंप्लॉयमेंट पोजीशन देखनी अपनी तो टू टाइम पीरियड्स के देख सकते हैं, शॉर्ट रन एंड लॉन्ग रन। कहते शॉर्ट रन के इक्विलिब्रियम देखने के लिए लेबर मार्केट के कहते की होंगे एवरेज रेवन्यू प्रोडक्टिविटी। अगर थ्री सिचुएशनस शॉर्ट रन के मोस्टली थ्री सिचुएशनस फर्म्स को फेस करनी पैंदियां ने। कहते इफ एवरेज रेवन्यू ऑफ प्रोडक्टिविटी इज मोर दैन वेज रेट, जेकर कहते ARP वेज रेट तो ज़्यादा होगी फर्म ਨੂੰ ਤਾਂ ਇਟਸ ਮੀਨਸ ਕਿ ਉਹਨਾਂ ਨੂੰ ਸੁਪਰਨੋਰਮਲ ਪ੍ਰੋਫਿਟ ਹੋ ਰਿਹਾ ਇੱਕ ਫਰਮ ਨੂੰ, ਤਾਂ ਲੇਬਰ ਦੀ ਡਿਮਾਂਡ ਜ਼ਿਆਦਾ ਹੋਏਗੀ। ਐਂਡ ਅਗਰ ਕਹਿੰਦੇ ਐਵਰੇਜ ਰੈਵਨਿਊ ਪ੍ਰੋਡਕਟਿਵਿਟੀ ਹੈ ਜਿਹੜੀ ਲੇਬਰ ਦੀ ਉਹ ਘੱਟ ਹੋਵੇ ਲੇਕਿਨ ਮਾਰਜਨਲ ਵੇਜਿਸ ਜ਼ਿਆਦਾ ਹੋਣ ਤਦ ਕੀ ਆ अपना लॉस होएगा। एंड अगर कहते एवरेज रेवन्यू ਜਿਹੜੀਆਂ है वेजिस इक्वल टू मार्जिनल वेजिस होणगियां तद नॉर्मल प्रॉफिट होएगा शॉर्ट रन ਦੇ ਵਿੱਚ। लॉन्ग रन ਦੇ ਵਿੱਚ ਕਹਿੰਦੇ ਕੀ ਆ ਮਾਰਜਨਲ ਪ੍ਰੋਡਕਟਿਵਿਟੀ ਐਂਡ ਐਵਰੇਜ ਰੈਵਨਿਊ ਪ੍ਰੋਡਕਟਿਵਿਟੀ ਇੱਕ ਦੂਸਰੇ ਦੇ ਇਕੁਅਲ ਹੁੰਦੀ ਆ ਤੇ ਕਹਿੰਦੇ ਓਨਲੀ ਆਪਣੀ ਜਿਹੜੀ ਹੈ ਫਰਮਸ इक्विलिब्रियम कितने होएगा जिथे सिर्फ नॉर्मल प्रॉफिट की होएगा गेन होएगा। दिस इज द परफेक्ट कंपटीशन जिदे विच कहंदे आपां वेज डिटरमिनेशन ऐसा कर सकते हैं जिथे डिमांड एंड सप्लाई इक्वल है एंड मार्जिनल प्रोडक्टिविटी दे इक्वल ही आपां जिहड़ी अपनी लेबर दी प्रोडक्टिविटी है ओदे इक्वल ही जिहड़ी वेज रेट आपां की करदे आ फिक्स करदे आ। तां जिहड़ी ये थ्योरी सीगी इहदी मार्जिनल प्रोडक्टिविटी थ्योरी इन परफेक्ट कंपटीशन कहते इनू क्रिटिसाइज भी किया गया है। कहते ये परफेक्ट कंपटीशन की अनरियलिस्टिक असम्पशन पे बेस्ड आ। कहते क्योंकि इकोनॉमी के सिर्फ कहते परफेक्ट कंपटीशन नहीं पाया जाता, ये रियल सिचुएशन नहीं हैगी। कहते ये वन साइडेड है, ये सिर्फ MRP मार्जिनल रेवन्यू प्रोडक्टिविटी देखा जाता है, अदर फैक्टर्स नहीं देखा जाता है। एंड उस तो बाद थ्योरैटिकल कंसैप्ट है कहते सिर्फ थ्योरीज के ही अप्लाई हो रही है, प्रैक्टिकली अप्लाई नहीं होती। डिफिकल्टी इन मईयरिंग मार्जिनल प्रोडक्टिविटी कहते हर एक लेबर की जी मार्जिनल प्रोडक्टिविटी है उन्होंने मईयर करना ईजी नहीं होंगे, इम्परप्रैक्टिकल है,
ठीक है। कहते इन्होंने मशीन्स की गल नहीं की, ऑनली लेबर की गल की है। लैस इंप्लॉयमेंट ऑन हाई वेजिस, कहते हाई वेजिस से जी है इंप्लॉयमेंट लैस होएगी क्योंकि डिमांड डिक्रीज हो जाती है, क्योंकि वेजिस से लेबर की डिमांड के इनवर्स रिलेशनशिप होंगे। कहते इन्हें अदर फैक्टर्स ने जो प्रोडक्टिविटी से जिन्हों का इफैक्ट पैना उन्होंने इग्नोर किया है। ये स्टैटिक कंडीशन है, ये डायनैमिक कंडीशन नहीं है। तो उस तो बाद मॉडर्न थ्योरी ऑफ डिमांड एंड सप्लाई थ्योरी ऑफ वेजिस दी है। मॉडर्न थ्योरी के अकॉर्डिंग कहते डिमांड फॉर लेबर एंड सप्लाई ऑफ लेबर में देखा जाता है। मॉडर्न थ्योरी के जिथे कहते डिमांड फॉर लेबर इक्वल टू सप्लाई ऑफ लेबर होएगी, उत्थे वेज डिटरमिनेशन होएगा। तो जी डिमांड ऑफ लेबर है टू थिंग्स से डिपेंड करती होंगी है, एक तो डिमांड फॉर कमोडिटीज एंड दूसरा है प्राइस ऑफ द अदर फैक्टर ऑफ प्रोडक्शन। कहते डिमांड फॉर लेबर टू थिंग्स से डिमांड फॉर कमोडिटीज एंड प्राइस ऑफ द अदर फैक्टर ऑफ प्रोडक्शन। कहते देखो अगर तो कहते मार्केट के कहते लेबर की डिमांड किस चीज़ से डिपेंड करेगी, कमोडिटीज़ की डिमांड कितनी है। अगर मार्केट के कहते कमोडिटीज़ की डिमांड ज़्यादा होएगी, गुड्स की डिमांड ज़्यादा, तो इट्स मीनस आपको प्रोडक्शन ज़्यादा करनी पेगी, सप्लाई ज़्यादा करनी पेगी, फिर आप लेबर की डिमांड भी की करांगे ज़्यादा करांगे। अगर लेबर प्रोडक्ट्स की डिमांड मार्केट के घट है तो इट्स मीनस आपने सप्लाई घट करनी है, तो लेबर की डिमांड भी की होएगी, घट होएगी। एंड द दूसरा प्राइस ऑफ अदर फैक्टर ऑफ प्रोडक्शन। मॉडर्न इकोनॉमिस्ट कहते हैं कि जो अदर फैक्टर ऑफ प्रोडक्शन ने जिमें कि कैपिटल हो गया, लैंड हो गया, एंटरप्रेन्योर हो गया, उन्होंने चीज़ों का इफैक्ट भी अपनी लेबर की डिमांड से पैंदा है। अगर कहते मीनस लेबर घट है लेकिन कैपिटल ज़्यादा है इकोनॉमी के, लेबर की बजाय कैपिटल यूज करेंगे, कैपिटल इंटेंसिव टैक्नीक यूज होएगी। अगर कहते लेबर सस्ती है कैपिटल के नालों, तो लेबर इंटेंसिव टैक्नीक यूज होएगी, तो लेबर की डिमांड की होएगी, ज़्यादा होएगी। एंड सप्लाई ऑफ लेबर है जी, वो भी कहते कई चीज़ों पर डिपेंड करती है। सप्लाई के लिए कहते कई इकनॉमिक नॉन इकनॉमिक साइकोलॉजिकल फैक्टर्स ने जी पॉसिबल होंगे ने, जिम्मेवार होंगे ने। इतने कहते सबसटीट्यूशन इफैक्ट भी कहते जिम्मेवार। सबसटीट्यूशन इफैक्ट मीनस जिहदे वर्क एंड लेयर को सबसटीट्यूट किया जाता है, ठीक है। एंड इनकम इफैक्ट, एक इनकम इफैक्ट के थ्रू कहते कि अगर इनकम ज़्यादा हो रही है वेजिस के थ्रू, तब क्या अपने अपने लेयर टाइम की जगह पर आप वर्क को सबसटीट्यूट करांगे, तो इसके थ्रू भी क्या लेबर की डिमांड की होएगी, ज़्यादा होएगी। तो एक टाइम तो बाद जी लेबर की डिमांड है वो लेबर की सप्लाई वो कटनी स्टार्ट हो जाएगी, बैकवर्ड जी सप्लाई कब अपनी शिफ्ट हो जाएगी। तो वेज डिटरमिनेशन अंडर परफेक्ट कंपटीशन कहते उत्थे हुंदा है जिथे डिमांड फॉर लेबर एंड सप्लाई ऑफ लेबर की होंदी आ इक्वल होंदी आ, उत्थे कहते वेज डिटरमिनेशन होएगा, तो उत्थे मार्जिनल जिहड़ा है रैवेन्यू प्रोडक्टिविटी इक्वल टू मार्जिनल वेजिस होंगे। तो शॉर्ट रन के परफेक्ट कंपटीशन के सेम सुपर नॉर्मल प्रॉफिट ते लॉस हो सकता है, तो लॉन्ग रन के ऑन भी होएगा अंडर इम्परफेक्ट कंपटीशन। कहते इम्परफेक्ट कंपटीशन के कहते थ्री सिचुएशंस आउंदियां ने, जिवें कि मोनोपोली आउंदी है, मोनोपोलिस्टिक आउंदा है, ठीक है। ये मोनोपोली ते परफेक्ट कंपटीशन के विचाले वाली सिचुएशन है। कहते ये कहते वन फर्म भी हो सकती है, फ्यू एंटरप्रेन्योर भी हो सकते हैं, एंड टू एंटरप्रेन्योर भी ने की हो सकते हैं। कहते इस कहते की डिमांड जी है लेबर की किस चीज़ से डिपेंड करती है, एवरेज ते मार्जिनल प्रोडक्टिविटी से डिपेंड करती है। कहते अमाउंट ऑफ एक्सप्लॉयटेशन एवरेज वेजिस, ये मार्जिनल रैवेन्यू प्रोडक्टिविटी है जी, वैल्यू ऑफ मार्जिनल फिजिकल प्रोडक्टिविटी है जी लेबर की देखी जाती है। मार्जिनल फिजिकल प्रोडक्टिविटी मीनस जो आप एक लेबर की क्वांटिटी इंक्रीज करते हैं, तो वो थ्रू कितनी जी साडी आउटपुट है वो इंक्रीज होएगी, तो वो थ्रू ही जो है लेबर दी जी वेजिस ने वो फिक्स होंगे। तो लेबर की वेजिस उत्थे फिक्स होंगे जिथे मार्जिनल फिजिकल प्रोडक्टिविटी इक्वल टू मार्जिनल वेजिस है। तो ये मॉडर्न थ्योरी ऑफ वेजिस डिटरमिनेशन किया जाता है ये, ठीक है। एंड उस तो बाद है अपना डिफरेंट इन वेज रेट्स के डिफरेंट होंगे, कहते वेज रेट इक्को जिहियां नहीं होंदियां। तो सब तो पहले आप इम्परफेक्ट कंपटीशन के देखते हैं वेज डिटरमिनेशन, ठीक है। इसके देख सकते हो इम्परफेक्ट कंपटीशन के डिमांड फॉर लेबर एंड सप्लाई ऑफ फॉर लेबर, जी डिमांड फॉर लेबर है ये सैलर्स ने जो लार्ज होंगे इम्परफेक्ट कंपटीशन के टू भी हो सकते हैं, तो इन्हों भी फेस करनी पैंदियां ने कई प्रॉब्लम्स जो ये लेबर की डिमांड करते हैं। फॉर एग्जाम्पल जो ये एडिशनल वर्क को यूज करते हैं, तो वो जी मार्जिनल फिजिकल प्रोडक्टिविटी वो चैक करते हैं कि वो सानू कितना प्रोड्यूस करके दे रहा है। तो ये भी की होंदा है जिवें जिवें आप जी अपनी क्वांटिटी लेबर को ज़्यादा यूज करते हैं, सब तो पहले अपनी जी प्रोडक्शन है वो ज़्यादा होएगी,
ਇਨਕਰੀਜ਼ਿੰਗ ਰਿਟਰਨਸ ਹੋਣਗੇ, ਬਾਅਦ ਦੇ ਵਿੱਚ ਕਨਸਟੈਂਟ ਰਿਟਰਨਸ, ਫਿਰ ਉਸ ਤੋਂ ਬਾਅਦ ਡਿਮਿਨਿਸ਼ਿੰਗ ਜਿਹੜੇ ਰਿਟਰਨਸ ਨੇ ਉਹ ਆਉਣੇ ਸ਼ੁਰੂ ਹੋ ਜਾਂਦੇ ਨੇ। ਕਹਿੰਦੇ ਅੰਡਰ ਕੰਪੀਟੀਟਿਵ ਕੰਡੀਸ਼ਨਸ ਆਫ ਦ ਲੇਬਰ ਮਾਰਕੀਟ ਐਨੀ ਫਰਮ ਕੈਨ ਹਾਇਰ ਐਜ਼ ਮੈਨੀ ਵਰਕਰਸ ਐਜ਼ ਇਟਸ ਡੀਮ ਨੈਸੈਸਿਟੀ ਐਟ ਦ ਗੋਇੰਗ ਮਾਰਕੀਟ ਵੇਜ ਰੇਟ। ਕਹਿੰਦੇ ਵੇਜ ਰੇਟ ਨੂੰ ਦੇਖਦੇ ਹੋਏ ਹੀ ਕੰਪੀਟੀਸ਼ਨ ਦੇ ਵਿੱਚ ਲੇਬਰ ਦੀ ਡਿਮਾਂਡ ਕੀਤੀ ਜਾਏਗੀ, ਤੇ ਇਹਦੇ ਵਿੱਚ ਕਹਿੰਦੇ ਆਪਣੀ ਜੋ ਹੈ ਵੇਜ ਸਪਲਾਈ ਆਫ ਵੇਜਿਸ ਨੇ ਕਹਿੰਦੇ ਉਹ ਲੌਂਗ ਰਨ ਦੇ ਵਿੱਚ ਡਿਫਰੈਂਟ ਹੋਣਗੀਆਂ। ਜਿਹੜੀ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ ਆ ਇਹ ਡਿਮਾਂਡ ਕਰਵ ਦੇ ਥਰੂ, ਲੇਬਰ ਦੀ ਡਿਮਾਂਡ ਕਰਵ ਦੇ ਥਰੂ ਕਹਿੰਦੇ ਆਪਣੀ ਦਿਖਾਈ ਜਾਏਗੀ। ਤਾਂ ਕੰਪੇਅਰ ਇਹਦੇ ਵਿੱਚ ਟੂ ਸਿਚੁਏਸ਼ਨਸ ਨੂੰ ਕੀਤਾ ਗਿਆ ਹੈ, ਠੀਕ ਹੈ। ਡਿਮਾਂਡ ਫॉर ਲੇਬਰ ਦੇ ਵਿੱਚ ਤਾਂ ਵੇਜ ਰੇਟ ਪੇਡ ਬਾਈ ਬੋਥ ਫਰਮਸ ਰਿਮੇਨ ਸੇਮ। OW what a competitive firm will be employ, ਤਾਂ ਤੁਸੀਂ ਡਾਇਗਰਾਮ ਦੇ ਥਰੂ ਦੇਖ ਸਕਦੇ ਹੋ। ਨੈਕਸਟ ਇਹਨਾਂ ਦੀ ਡਾਇਗਰਾਮਸ ਬਣੀਆਂ ਹੋਈਆਂ ਨੇ, this is the tables ਜਿਨ੍ਹਾਂ ਦੇ ਥਰੂ ਤੁਸੀਂ ਦੇਖ ਸਕਦੇ ਹੋ। The first is the only a theory. The supply of labor, ਕਹਿੰਦੇ supply of labor is not affected by the fact that firms has monopolistic power. Market supply of labor is summation of the supply curve of the individual households। ਤਾਂ individual household ਦੇ ਥਰੂ ਜਿਹੜੀ ਆਪਣੀ supply ਹੈ labor ਦੀ ਕੀਤੀ ਜਾਂਦੀ ਹੈ। ਤਾਂ ਇਹ ਸਪਲਾਈ ਜਿਹੜੀ ਆ ਫੇਸਿਸ ਕਰਦਾ ਕਈ ਸਿਚੁਏਸ਼ਨਸ ਨੂੰ, ਜਿਵੇਂ ਕਿ ਪਰਫੈਕਟਲੀ ਇਲਾਸਟਿਕ ਐਂਡ ਜੋ ਨੰਬਰ ਆਫ ਵਰਕਰਸ ਨੇ ਮਾਰਕੀਟ ਦੇ ਵਿੱਚ ਕਹਿੰਦੇ ਆਪਣੀ ਜਿਹੜੀ ਸਪਲਾਈ ਕਰਵ ਹੈ ਲੇਬਰ ਦੀ ਉਹ ਕੀ ਹੁੰਦੀ ਹੈ, ਪੋਜ਼ਿਟਿਵ ਹੁੰਦੀ ਹੈ, ਜਿਹਦੇ ਵਿੱਚ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ ਬੇਸ ਵੇਜਿਸ ਦਾ ਐਂਡ ਨੰਬਰ ਆਫ ਵਰਕਰਸ ਦਾ। ਜਿਵੇਂ ਜਿਵੇਂ ਵੇਜਿਸ ਵੱਧਦੀ ਜਾਣਗੇ ਨੰਬਰ ਆਫ ਵਰਕਰਸ ਦੀ ਸਪਲਾਈ ਵੀ ਵੱਧਦੀ ਜਾਏਗੀ। ਤੇ ਇੰਡੀਵਿਜੂਅਲ ਫਰਮਸ ਦੇ ਥਰੂ ਦੇਖਿਆ ਜਾਵੇ ਸਪਲਾਈ ਆਫ ਲੇਬਰ ਕੀ ਹੈ, ਕਾਂਸਟੈਂਟ ਹੈ, ਤੇ ਵੇਜ ਰੇਟ ਕਾਂਸਟੈਂਟ ਹੈ, ਤੇ ਓਨਲੀ ਸਪਲਾਈ ਆਫ ਲੇਬਰ ਹੈ ਜਿਹੜੀ ਉਹ ਇਨਕਰੀਜ਼ ਹੋ ਰਹੀ ਹੈ। ਤੇ ਇੰਪਰਫੈਕਟ ਕੰਪੀਟੀਸ਼ਨ ਦੇ ਵਿੱਚ ਇਕੁਇਲਿਬਰੀਅਮ ਦੀ ਪੋਜੀਸ਼ਨ ਕਿੱਥੇ ਹੋਏਗੀ, ਜਿੱਥੇ ਕਹਿੰਦੇ ਮਾਰਕੀਟ ਦੇ ਵਿੱਚ ਇੰਟਰੈਕਸ਼ਨ ਹੋਏਗੀ ਬਿਟਵੀਨ ਦਾ ਡਿਮਾਂਡ ਐਂਡ ਸਪਲਾਈ ਆਫ ਲੇਬਰ, ਉੱਥੇ ਇਕੁਇਲਿਬਰੀਅਮ ਦੀ ਪੋਜੀਸ਼ਨ ਹੋਏਗੀ। ਤਾਂ ਲੇਬਰ ਮਾਰਕੀਟ ਦੇ ਵਿੱਚ ਇਕੁਇਲਿਬਰੀਅਮ ਉੱਥੇ ਹੋਏਗਾ ਜਿੱਥੇ ਲੇਬਰ ਦੀ ਡਿਮਾਂਡ ਤੇ ਲੇਬਰ ਦੀ ਸਪਲਾਈ ਕੀ ਹੋਏਗੀ, ਇਕੁਅਲ ਹੋਏਗੀ। ਤਾਂ ਤੁਸੀਂ ਅੱਗੇ ਲੇਬਰ ਮਾਰਕੀਟ ਪਾਲਿਸੀਜ਼ ਦੇਖ ਸਕਦੇ ਹੋ। ਲੇਬਰ ਮਾਰਕੀਟ ਪਾਲਿਸੀਜ਼ ਦੇ ਵਿੱਚ ਕਹਿੰਦੇ ਡਿਫਰੈਂਟ ਜਿਹੜੀਆਂ ਟਾਈਪਸ ਨੇ ਉਹ ਯੂਜ਼ ਕੀਤੇ ਜਾਂਦੇ। ਲੇਬਰ ਮਾਰਕੀਟ ਪਾਲਿਸੀਜ਼ ਸਾਨੂੰ ਕੀ ਦੱਸਦਾ ਹੈ, ਜੋ ਲੇਬਰ ਨਾਲ ਰਿਲੇਟਡ ਪਾਲਿਸੀਜ਼ ਬਣਾਈਆਂ ਹੋਈਆਂ ਨੇ ਉਹਨਾਂ ਨੂੰ ਦੱਸਦਾ ਹੈ ਕਿ ਲੇਬਰ ਨਾਲ ਰਿਲੇਟਡ ਕਿਹੜੀਆਂ ਪਾਲਿਸੀਜ਼ ਨੇ ਜੋ ਗਵਰਨਮੈਂਟ ਦੇ ਥਰੂ ਕੀ ਨੇ ਬਣਾਈਆਂ ਗਈਆਂ ਨੇ। ਫਸਟ ਹੈ ਆਪਣਾ ਮਿਨੀਮਮ ਵੇਜ ਲਾਜ਼। ਕਹਿੰਦੇ ਮਿਨੀਮਮ ਵੇਜ ਲਾਅ ਦੇ ਵਿੱਚ ਕੀ ਆ ਕਿ ਘੱਟ ਤੋਂ ਘੱਟ ਜਿਹੜਾ ਵੇਤਨ ਹੈ ਉਹ ਫਿਕਸ ਕਰਨਾ ਗਵਰਨਮੈਂਟ ਦੇ ਥਰੂ, ਠੀਕ ਹੈ, ਜੋ ਕਿ ਲੋ ਸਕਿਲਡ ਵਰਕਰਸ ਦੇ ਲਈ ਡਿਫਰੈਂਟ ਹੁੰਦਾ ਐਂਡ ਸਕਿਲਡ ਵਰਕਰ ਦੇ ਲਈ ਕੀ ਹੁੰਦਾ, ਡਿਫਰੈਂਟ ਹੁੰਦਾ। ਐਂਡ ਰੋਲ ਆਫ ਲੇਬਰ ਯੂਨੀਅਨ ਦਾ ਵੀ ਰੋਲ ਹੈ। ਲੇਬਰ ਯੂਨੀਅਨ ਨੇ ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਕੀ ਕਰਦੀਆਂ ਨੇ ਇੰਪਲੋਇਰਸ ਦੇ ਬਿਹਾਫ ਤੇ ਕੀ ਆ ਆਪਣਾ ਜੋ ਵੀ ਹੈ ਆਪਣੀ ਜੋ ਹੈ ਮਾਰਕੀਟ ਉਹਦੇ ਵਿੱਚ ਅੱਗੇ ਆਉਂਦੀਆਂ ਨੇ ਕਿ ਆਪਣਾ ਵੇਜਿਸ ਐਨੀਆਂ ਘੱਟ ਤੋਂ ਘੱਟ ਨੇ ਜਿਹੜੀਆਂ ਉਹ ਫਿਕਸ ਹੋਣੀਆਂ ਚਾਹੀਦੀਆਂ ਨੇ। ਜਿਵੇਂ ਕਿ ਲੇਬਰ ਯੂਨੀਅਨ ਸਟੇਟ ਯੂਨੀਅਨਸ ਨੇ ਜਿਹੜੀਆਂ ਉਹ ਸਟ੍ਰਾਈਕ ਕਰਦੀਆਂ ਨੇ, ਹੜਤਾਲ ਕਰਦੀਆਂ ਨੇ ਅਗਰ ਉਹਨਾਂ ਨੂੰ ਜਿਹੜੀਆਂ ਹੈ ਮਿਨੀਮਮ ਵੇਜਿਸ ਤੋਂ ਘੱਟ ਵੇਜਿਸ ਨੇ ਜਿਹੜੀਆਂ ਉਹ ਦਿੱਤੀਆਂ ਜਾਣ। ਤਾਂ ਡਿਫਰੈਂਟ ਜਿਹੜੀਆਂ ਪਾਲਿਸੀਜ਼ ਨੇ ਉਹ ਵੇਜ ਨਾਲ ਰਿਲੇਟਡ ਅਪਣਾਈਆਂ ਗਈਆਂ। ਅੱਗੇ ਕਾ ਵਾਈ ਵੇਜ ਡਿਫਰੈਂਟ, ਕਹਿੰਦੇ ਜਿਹੜੀ ਵੇਜ ਰੇਟ ਹੈ ਉਹ ਡਿਫਰੈਂਟ ਕਿਉਂ ਹੈ। ਵੇਜ ਰੇਟ ਡਿਫਰੈਂਟ ਹੋਣ ਦੇ ਕਈ ਰੀਜ਼ਨਸ ਨੇ। ਕਹਿੰਦੇ ਵੇਜ ਰੇਟ ਸੇਮ ਨਹੀਂ ਹੁੰਦੀ, ਵੇਜ ਰੇਟ ਅਲੱਗ-ਅਲੱਗ ਹੁੰਦੀ ਹੈ। ਜਿਵੇਂ ਕਿ ਪੀਪਲ ਅਰਨ ਡਿਫਰੈਂਟ ਵੇਜਿਸ, ਤੁਸੀਂ ਦੇਖ ਸਕਦੇ ਹੋ ਅਕੋਰਡਿੰਗ ਟੂ ਏਰੀਆ, ਅਕੋਰਡਿੰਗ ਟੂ ਸਿਚੁਏਸ਼ਨਸ ਜਿਹੜੀ ਵੇਜ ਰੇਟ ਆ ਉਹ ਡਿਫਰੈਂਟ ਹੁੰਦੀ ਆ। ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਸਕਿਲਡ ਐਂਡ ਅਨਸਕਿਲਡ ਲੇਬਰ, ਜਿਹੜੀ ਕੈਜੂਅਲ ਲੇਬਰ ਹੈ ਉਹਦੀ ਵੇਜਿਸ ਘੱਟ ਹੁੰਦੀਆਂ ਨੇ, ਜਿਹੜੀ ਸਕਿਲਡ ਲੇਬਰ ਹੈ ਉਹਦੀਆਂ ਵੇਜਿਸ ਕੀ ਹੁੰਦੀਆਂ ਨੇ, ਵੱਧ ਹੁੰਦੀਆਂ ਨੇ। ਇਸ ਤੋਂ ਇਲਾਵਾ ਕਹਿੰਦੇ ਜਿਵੇਂ ਕਿ ਡਾਕਟਰਸ ਹਾਇਰ ਦੈਨ ਦਾ ਵੇਜ ਰੇਟ ਆਫ ਦਾ ਮੈਡੀਕਲ ਅਸਿਸਟੈਂਟਸ। ਕਹਿੰਦੇ ਇੱਕ ਡਾਕਟਰ ਹੈ ਇੱਕ ਮੈਡੀਕਲ ਅਸਿਸਟੈਂਟ ਆ, ਤਾਂ ਇੱਥੇ ਵੇਜ ਰੇਟ ਦੀ ਗੱਲ ਕਰੀਏ ਜਿਹੜਾ ਆਪਣਾ ਡਾਕਟਰ ਹੈ ਉਹਦਾ ਵੇਜ ਰੇਟ ਹੈ ਜਿਹੜਾ ਮੈਡੀਕਲ ਅਸਿਸਟੈਂਟ ਤੋਂ ਕੀ ਹੋਏਗਾ, ਜ਼ਿਆਦਾ ਕਰੇਗਾ, ਜ਼ਿਆਦਾ ਹੋਏਗਾ, ਠੀਕ ਹੈ। ਇਸ ਤਰ੍ਹਾਂ ਕਹਿੰਦੇ ਡਿਫਰੈਂਟ ਫੀਲਡਸ ਦੇ ਵਿੱਚ ਜਿਹੜੇ ਡਿਫਰੈਂਟ ਵਰਕ ਦੇ ਅਕੋਰਡਿੰਗ ਡਿਫਰੈਂਟ ਜਿਹੜੀ ਹੈ ਆਪਣੀ ਸਟੱਡੀ ਦੇ ਅਕੋਰਡਿੰਗ ਡਿਫਰੈਂਟ ਆਕੂਪੇਸ਼ਨ ਦੇ ਅਕੋਰਡਿੰਗ ਜਿਹੜਾ ਵੇਜ ਰੇਟ ਹੈ ਉਹ ਕੀ ਹੁੰਦਾ, ਡਿਫਰੈਂਟ ਹੁੰਦਾ ਹੈ। ਤਾਂ ਕਈ ਕਹਿੰਦੇ ਜਿਹੜਾ ਵੇਜ ਰੇਟ ਹੈ ਇਹ ਫਿਕਸ ਕੀਤਾ ਜਾਂਦਾ ਹੈ ਅਬਿਲਿਟੀ ਤੇ ਪ੍ਰੈਫਰੈਂਸ ਦੇ ਅਕੋਰਡਿੰਗ ਕਿ ਕਿਸ ਤਰ੍ਹਾਂ ਦੀ ਸਾਡੀ ਅਬਿਲਿਟੀ ਹੈ, ਕਿਸ ਤਰ੍ਹਾਂ ਦੀ ਸਾਡੇ ਕੋਲ ਸਕਿੱਲਸ ਨੇ ਤੇ ਸਾਡੀ ਕਿੰਨੀ ਐਫੀਸ਼ੀਐਂਸੀ ਉਹਦੇ ਅਕੋਰਡਿੰਗ ਸਾਡਾ ਜਿਹੜਾ ਵੇਜ ਰੇਟ ਹੈ ਉਹ ਡਿਟਰਮੀਨੈਂਟ ਕੀਤਾ ਜਾਂਦਾ ਹੈ ਥਰੂ ਦਾ ਇੰਡਸਟਰੀ ਐਂਡ ਇਨ ਐਨੀ ਕਲਾਸਿਸ, ਠੀਕ ਹੈ। ਐਂਡ ਉਸ ਤੋਂ ਇਲਾਵਾ ਇਹ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ, ਕਹਿੰਦੇ ਇਹ ਸਾਡੀ ਸਟੱਡੀ ਤੇ ਡਿਪੈਂਡ ਕਰਦਾ ਹੈ। ਸਾਡੇ ਜਿਹੜਾ ਹੈ ਕਿਉਂਕਿ ਜਿਵੇਂ ਕਿ ਅਗਰ ਕਿਸੇ ਨੇ ਡਾਕਟਰ ਦੀ ਸਟੱਡੀ ਕੀਤੀ ਹੈ ਤਾਂ ਡਾਕਟਰ ਦੇ ਲਈ ਕਿੰਨਾ ਐਕਸਪੈਂਡੀਚਰ ਕਰਨਾ ਪੈਂਦਾ, ਕਿੰਨੀਆਂ ਫੀਸਿਸ ਦੇਣੀਆਂ ਪੈਂਦੀਆਂ ਨੇ, ਤਾਂ ਕਹਿੰਦੇ ਡਾਕਟਰਸ ਨੂੰ ਹਾਇਰ ਜਿਹੜੀਆਂ ਵੇਜਿਸ ਨੇ ਉਹੀ ਪੇ ਕੀਤੀਆਂ ਜਾਣਗੀਆਂ ਕਿਉਂਕਿ ਡਾਕਟਰਸ ਕੀ ਨੇ ਜੋ ਡਿਮਾਂਡ ਕਰਦੇ ਨੇ ਹਾਈ ਵੇਜਿਸ ਦੀਆਂ। ਅਗਰ ਉਹਨਾਂ ਨੂੰ ਹਾਈ ਵੇਜਿਸ ਤੋਂ ਘੱਟ ਵੇਜਿਸ ਤੇ ਕੰਮ ਕਰਨ ਦੇ ਲਈ ਕਿਹਾ ਜਾਂਦਾ ਹੈ ਤਾਂ ਉਹ ਵਰਕ ਕਰਨਾ ਪ੍ਰੈਫਰ ਨਹੀਂ ਕਰਦੇ। ਤਾਂ ਕਹਿੰਦੇ ਇਹਨਾਂ ਚੀਜ਼ਾਂ ਦਾ ਇਫੈਕਟ ਪੈਂਦਾ ਜਿਹਦੇ ਕਰਕੇ ਜਿਹੜੀਆਂ ਆਪਣੀਆਂ ਵੇਜਿਸ ਹੁੰਦੀਆਂ ਨੇ ਡਿਫਰੈਂਟ ਹੁੰਦੀਆਂ ਨੇ। ਕਹਿੰਦੇ ਸਮ ਕਹਿੰਦੇ ਜਿਹੜੇ
ਅਦਰ ਫੈਕਟਰਸ ਨੇ ਜਿਨ੍ਹਾਂ ਦੇ ਕਰਕੇ ਜਿਹੜੀਆਂ ਵੇਜ ਰੇਟ ਨੇ ਉਹ ਡਿਫਰੈਂਟ ਹੁੰਦੀਆਂ ਨੇ। ਉਹਨਾਂ ਦੇ ਵਿੱਚ ਕੀ ਹੈ, ਕੰਪਨਸੇਟਿਵ ਵੇਜ ਡਿਫਰੈਂਟ, ਕੰਪਨਸੇਟਿਵ ਵੇਜ ਡਿਫਰੈਂਟ ਫਰਸਟ ਰੀਜ਼ਨ ਹੈ। ਕਹਿੰਦੇ ਮੈਨੀ ਆ ਟਾਈਮ ਵਰਕਰਸ themselves make a decision to remain in a certain job even though they may be qualified for a higher pay package in a different job। ਕਹਿੰਦੇ ਕਿਸੇ ਜਦੋਂ ਪੀਪਲਸ ਨੇ ਸਟੱਡੀ ਕੀਤੀ ਹੁੰਦੀ ਹੈ, ਸਟੂਡੈਂਟਸ ਨੇ ਅੱਛਾ ਆਪਣੀ ਟ੍ਰੇਨਿੰਗ ਲਈ ਹੁੰਦੀ ਹੈ, ਤਦੋਂ ਕੀ ਕਰਦੇ ਨੇ, ਕਹਿੰਦੇ ਵੇਟ ਕਰਦੇ ਨੇ ਆਪਣਾ ਫਾਈਨਲ ਡਿਸੀਜਨਸ ਲੈਣ ਦੀ ਕਿ ਕਦੋਂ ਸਾਨੂੰ ਜਿਹੜਾ ਹਾਈ ਪੈਕੇਜ ਜੌਬ ਆ ਉਹ ਮਿਲੇਗਾ। ਉਹ ਰਿਸਰਚ ਕਰਦੇ ਨੇ, ਐਕਸਪੀਰੀਅੰਸ ਲੈਂਦੇ ਨੇ ਯੂਨੀਵਰਸਿਟੀਜ਼ ਦੇ ਵਿੱਚ, ਤੇ ਉਸ ਤੋਂ ਬਾਅਦ ਜਿਹੜੀ ਹੈ ਅਗਰ ਤਾਂ ਉਹਨਾਂ ਨੂੰ ਕੰਟਰੀ ਦੇ ਵਿੱਚ ਕਹਿੰਦੇ ਹਾਈ ਪ੍ਰੋਜੈਕਟ ਤੇ ਹਾਈ ਪੈਕੇਜ ਜਿਹੜਾ ਮਿਲ ਜਾਂਦਾ ਹੈ ਤਦੋਂ ਉਹਨੂੰ ਅਸੈਪਟ ਕਰਦੇ ਨੇ। ਅਗਰ ਅਦਰਵਾਈਜ਼ ਕਹਿੰਦੇ ਉਹ ਆਪਣਾ ਟਾਈਮ ਫਿਰ ਫ੍ਰੀ ਰਹਿੰਦੇ ਨੇ, ਠੀਕ ਹੈ, ਉਹਨਾਂ ਨੂੰ ਫ੍ਰੀडम ਹੈ ਸਰਚ ਕਰਨ ਦੀ, ਠੀਕ ਹੈ, ਤੇ ਆਪਣੀ ਜਿਹੜੀਆਂ ਜੌਬਸ ਨੇ ਉਹਨਾਂ ਦੇ ਵਿੱਚ ਆਪਣੇ ਪੈਕੇਜ ਨੂੰ ਲੈਣ ਦੀ। ਅਗਰ ਕਹਿੰਦੇ ਜੌਬਸ ਅੱਛੀਆਂ ਲੈਣੀਆਂ ਨੇ ਤਾਂ ਅਟਰੈਕਟਿਵ ਵੇ ਹੋਣਾ ਚਾਹੀਦਾ ਹੈ, ਸਟੱਡੀ ਜ਼ਿਆਦਾ ਹੋਣੀ ਚਾਹੀਦੀ ਆ, ਠੀਕ ਹੈ, ਡਿਫਰੈਂਸ਼ੀਏਟ ਹੋਣਾ ਚਾਹੀਦਾ ਹੈ, ਠੀਕ ਹੈ, ਤਦੇ ਕਹਿੰਦੇ ਜਿਹੜਾ ਵੇਜ ਡਿਫਰੈਂਟ ਆ ਉਹ ਹੋ ਸਕਦਾ ਹੈ, ਤਦੇ ਆਪਾਂ ਨੂੰ ਹਾਇਰ ਵੇਜਿਸ ਨੇ ਜਿਹੜੀਆਂ ਮਿਲ ਸਕਦੀਆਂ ਨੇ। ਅਗਰ ਸੈਕੰਡ ਹੈ ਡਿਫਰੈਂਸ ਇਨ ਹਿਊਮਨ ਕੈਪੀਟਲ ਇਨਵੈਸਟਮੈਂਟ। ਕਹਿੰਦੇ ਹਿਊਮਨ ਦੇਖੋ ਆਪਾਂ ਸਾਰੇ ਹਿਊਮਨਸ ਆ, ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਪਰ ਆਪਾਂ ਉਹਨਾਂ ਦੇ ਵਿੱਚ ਕੀ ਕਰਦੇ ਹਾਂ, ਇਨਵੈਸਟ ਕਰਦੇ ਹਾਂ। ਪਲੱਸ 2 ਤੋਂ ਬਾਅਦ ਆਪਾਂ ਉਹਨਾਂ ਨੂੰ ਡਿਫਰੈਂਟ ਆਕੂਪੇਸ਼ਨਸ ਚੂਜ਼ ਕਰਨ ਦੇ ਲਈ ਕਹਿੰਦੇ ਹਾਂ। ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਦੀ ਇਨਵੈਸਟਮੈਂਟ ਕਰਾਂਗੇ ਆਪਣੀਆਂ ਵੇਜਿਸ ਉਸ 'ਤੇ ਵੀ ਡਿਪੈਂਡ ਕਰਦੀਆਂ ਨੇ। ਅਗਰ ਕੋਈ ਕੈਜੂਅਲ ਲੇਬਰ ਹੈ, ਕਿਸੇ ਨੂੰ ਕੋਈ ਨਹੀਂ ਪੜ੍ਹਿਆ ਹੋਇਆ, ਇਲਿਟਰੇਟ ਹੈ, ਠੀਕ ਹੈ, ਜਿਹਦੀ ਸਕਿੱਲਸ ਅੱਛੀਆਂ ਨਹੀਂ ਹੈਗੀਆਂ, ਤਾਂ ਉਹਨਾਂ ਨੂੰ ਘੱਟ ਵੇਜਿਸ ਹੀ ਮਿਲਣਗੇ ਕਿਉਂਕਿ ਉਹ ਨਾਰਮਲ ਵਰਕ ਹੀ ਕਰਨਗੇ। ਲੇਕਿਨ ਅਗਰ ਇਨਵੈਸਟਮੈਂਟ ਅੱਛੀ ਆ, ਆਪਾਂ ਨੇ ਡਾਕਟਰ ਦੀ ਸਟੱਡੀ ਕਰਾਈ ਆ, ਟੀਚਰਸ ਦੀ ਸਟੱਡੀ ਕਰਵਾਈ ਆ, ਠੀਕ ਹੈ, ਐਂਡ ਆਪਾਂ ਨੇ ਕਈ ਹੋਰ ਜਿਹੜੀਆਂ ਸਟੱਡੀਜ਼ ਨੇ ਹਾਇਰ ਸਟੱਡੀਜ਼ ਕਰਵਾਈਆਂ ਨੇ, ਹਾਇਰ ਐਜੂਕੇਸ਼ਨ ਦਵਾਈ ਆ, ਤਾਂ ਉਹਨਾਂ ਦੇ ਅਕੋਰਡਿੰਗਸ ਕਹਿੰਦੇ ਕੀ ਆ ਆਪਣੀ ਜਿਹੜੀਆਂ ਵੇਜਿਸ ਨੇ ਉਹ ਹਿਊਮਨ ਕੈਪੀਟਲ ਦੇ ਅਕੋਰਡਿੰਗ, ਹਿਊਮਨ ਇਨਵੈਸਟਮੈਂਟ ਦੇ ਅਕੋਰਡਿੰਗ ਵੀ ਕੀ ਹੋਣਗੀਆਂ, ਅੱਛੀਆਂ ਹੀ ਹੋਣਗੀਆਂ। ਐਂਡ ਦ ਨੈਕਸਟ ਇਜ਼ ਦ ਡਿਫਰੈਂਟ ਇਨ ਅਬਿਲਿਟੀ। ਕਹਿੰਦੇ ਇਹਦੇ ਵਿੱਚ ਕੀ ਆ, ਵਰਕਰਸ ਅਗਰ ਆਪਾਂ ਇੰਡਸਟਰੀਜ਼ ਦੇ ਵਿੱਚ ਵਰਕਰ ਦੀ ਗੱਲ ਕਰੀਏ ਤਾਂ ਵਰਕਰਸ ਪ੍ਰੋਡਕਟਿਵ ਕਪੈਸਿਟੀ ਡਿਪੈਂਡ ਅਪਨ ਨਾਟ ਓਨਲੀ ਦ ਟ੍ਰੇਨਿੰਗ ਐਂਡ ਐਕਸਪੀਰੀਅੰਸ ਬਟ ਆਲਸੋ ਔਨ ਸਰਟੇਨ ਇਨਹੈਰੀਟਡ ਟ੍ਰੇਡਸ। ਕਹਿੰਦੇ ਇੱਕ ਤਾਂ ਆਪਾਂ ਜੇ ਆਪਾਂ ਆਪਣੀ ਅਬਿਲਿਟੀ ਦੀ ਗੱਲ ਕਰੀਏ ਤਾਂ ਅਬਿਲਿਟੀ ਸਿਰਫ ਐਕਸਪੀਰੀਅੰਸ ਤੇ ਟ੍ਰੇਨਿੰਗ ਦੇ ਨਾਲ ਨਹੀਂ ਆਉਂਦੀ, ਇਨਹੈਰੀਟਡ ਵੀ ਹੁੰਦੀ। ਆਪਾਂ ਕਿਸੇ ਦੇ ਵਿੱਚ ਅਬਿਲਿਟੀ ਹੁੰਦੀ ਹੈ ਕੁਛ ਕਰਨ ਦੀ, ਕੁਛ ਜ਼ਿਆਦਾ ਕਰਨ ਦੀ, ਠੀਕ ਹੈ, ਐਨਰਜੀ ਹੁੰਦੀ ਹੈ, ਐਫੀਸ਼ੀਐਂਸੀ ਹੁੰਦੀ ਹੈ, ਕਹਿੰਦੇ ਉਸ 'ਤੇ ਵੀ ਜਿਹੜਾ ਹੈ ਆਪਣਾ ਵੇਜ ਰੇਟ ਡਿਪੈਂਡ ਕਰਦਾ ਹੈ। ਕਈ ਕਹਿੰਦੇ ਜਿਵੇਂ ਕਿ ਫੈਕਟਰੀ ਦੇ ਵਿੱਚ ਡਿਸਪਿਊਟਸ ਹੋ ਜਾਂਦੇ ਨੇ ਤਾਂ ਡਿਸਪਿਊਟਸ ਨੂੰ ਕਈ ਪਰਸਨਸ ਨੇ ਜਿਹੜੇ ਈਜ਼ੀਲੀ ਸੋਲਵ ਕਰ ਲੈਂਦੇ ਨੇ, ਤੇ ਕਈ ਨੂੰ ਕੋਈ ਮਤਲਬ ਨਹੀਂ ਹੁੰਦਾ, ਉਹ ਸੋਲਵ ਨਹੀਂ ਕਰਦੇ। ਹੁਣ ਜਿਹੜੇ ਅੱਗੇ ਹੋ ਕੇ ਆਪਣੀ ਅਬਿਲਿਟੀ ਸ਼ੋਅ ਕਰਨਗੇ, ਵਰਕ ਕਰਨਗੇ ਅੱਛਾ, ਆਪਣੇ ਕੁਛ ਕਹਿੰਦੇ ਦੇਣਗੇ ਆਪਣੇ ਬਿਜ਼ਨਸ ਦੇ ਲਈ, ਠੀਕ ਹੈ, ਆਪਣੇ ਐਂਟਰਪ੍ਰੀਨਿਓਰ ਦੇ ਲਈ, ਤਾਂ ਉਹਨਾਂ ਦੇ ਵੇਜਿਸ ਕਹਿੰਦੇ ਕੀ ਹੋਣਗੇ, ਆਟੋਮੈਟਿਕਲੀ ਹਾਈ ਹੋਣਗੇ ਕਿਉਂਕਿ ਉਹਨਾਂ ਦੇ ਆਈਕਿਊ ਲੈਵਲ ਤੇ ਡਿਪੈਂਡ ਕਰਦਾ ਹੈ, ਠੀਕ ਹੈ, ਕਿ ਉਹਨਾਂ ਦੀ ਜਿਹੜੀ ਅਬਿਲਿਟੀ ਕਿੰਨੀ ਹੈ ਤੇ ਉਹ ਕਿਸ ਪੋਜੀਸ਼ਨਸ ਤੇ ਆ ਸਕਦੇ ਨੇ। ਤਾਂ ਉਹਨਾਂ ਦੀ ਪੋਜੀਸ਼ਨ ਤੇ ਅਬਿਲਿਟੀ ਦੀ ਤਰ੍ਹਾਂ ਆਈਕਿਊ ਨੂੰ ਦੇਖਦੇ ਹੋਏ ਕਹਿੰਦੇ ਜਿਹੜੀਆਂ ਅੱਛੀਆਂ ਸਰਵਿਸਿਜ਼ ਨੇ ਉਹਨਾਂ ਨੂੰ ਉਹ ਪ੍ਰੋਵਾਈਡ ਕੀਤੀਆਂ ਜਾਂਦੀਆਂ। ਤੇ ਉਸ ਤੋਂ ਬਾਅਦ ਹੈ ਆਪਣਾ ਰਿਲੇਸ਼ਨਸ਼ਿਪ ਬਿਟਵੀਨ ਦ ਆਊਟਪੁੱਟ ਐਂਡ ਨੰਬਰ ਆਫ ਵਰਕਰਸ। ਇਹਦੇ ਵਿੱਚ ਪਰਫੈਕਟ ਕੰਪੀਟੀਸ਼ਨਸ ਦਿਖਾਇਆ ਹੈ ਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜਾ ਬੇਸ ਡਿਟਰਮੀਨੇਸ਼ਨ ਹੈ ਉਹ ਕਿੱਥੇ ਹੁੰਦਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕਹਿੰਦੇ ਕੀ ਹੈ, ਜਿਹੜਾ ਹੈ ਆਪਣਾ ਜਿੱਥੇ ਕਹਿੰਦੇ ਲੇਬਰ ਦੀ ਡਿਮਾਂਡ ਤੇ ਲੇਬਰ ਦੀ ਸਪਲਾਈ ਇਕੁਅਲ ਹੋਏਗੀ ਉੱਥੇ ਵੇਜ ਡਿਟਰਮੀਨੇਸ਼ਨ ਕੀਤਾ ਜਾਏਗਾ। ਐਂਡ ਉਸ ਤੋਂ ਬਾਅਦ ਕਹਿੰਦੇ ਇਹਨਾਂ ਨੇ ਇਹ ਦੱਸਿਆ ਸੀਗਾ ਕਿ ਜਿਵੇਂ ਜਿਵੇਂ ਨੰਬਰ ਆਫ ਵਰਕਰਸ ਨੂੰ ਆਪਾਂ ਇਨਕਰੀਜ਼ ਕਰਦੇ ਹਾਂ ਤਾਂ ਉਹਨਾਂ ਦੀ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਹੈ ਪਹਿਲਾਂ ਇਨਕਰੀਜ਼ ਹੁੰਦੀ ਹੈ, ਬਾਅਦ ਦੇ ਵਿੱਚ ਕਹਿੰਦੇ ਕਾਨਸਟੈਂਟ ਤੇ ਫਿਰ ਡਿਕਰੀਜ਼ ਹੋਣਾ ਸਟਾਰਟ ਹੋ ਜਾਂਦੀ ਹੈ। ਜਿਵੇਂ ਕਿ ਤੁਸੀਂ ਇਸ ਟੇਬਲ ਦੇ ਵਿੱਚ ਦੇਖ ਸਕਦੇ ਹੋ, ਇਸ ਟੇਬਲ ਦੇ ਵਿੱਚ ਕੀ ਰਿਲੇਸ਼ਨਸ਼ਿਪ ਬਿਟਵੀਨ ਦਾ ਆਊਟਪੁੱਟ ਐਂਡ ਨੰਬਰ ਆਫ ਵਰਕਰਸ ਦਿਖਾਇਆ ਹੋਇਆ ਹੈ, ਲੇਬਰ ਦੀ ਡਿਮਾਂਡ ਦਿਖਾਈ ਹੋਈ ਆ, ਤਾਂ ਨੰਬਰ ਆਫ ਵਰਕਰਸ ਦਿਖਾਏ ਹੋਏ ਨੇ ਫਸਟ ਕਾਲਮ ਦੇ ਵਿੱਚ, ਐਂਡ ਸੈਕੰਡ ਦੇ ਵਿੱਚ ਕੰਪਿਊਟਰ ਪ੍ਰੋਡਿਊਸਡ ਪਰ ਈਅਰ, ਕਿ ਪਰ ਈਅਰਸ ਕਿੰਨੇ ਕੰਪਿਊਟਰਸ ਨੇ ਜਿਹੜੇ ਪ੍ਰੋਡਿਊਸ ਹੋਏ ਨੇ ਉਹ ਦਿਖਾਏ ਹੋਏ ਨੇ, ਐਂਡ ਮਾਰਜਨਲ ਪ੍ਰੋਡਕਟਿਵਿਟੀ ਦਿਖਾਈ ਹੋਈ ਹੈ, ਐਂਡ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ ਇਨ ਰੁਪੀਜ਼ ਦੇ ਵਿੱਚ ਦਿਖਾਈ ਹੋਈ ਹੈ, ਠੀਕ ਹੈ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਿਹੜਾ ਆਪਣਾ ਨੰਬਰ ਆਫ ਵਰਕਰਸ ਨੇ ਜਦੋਂ ਫਸਟ ਯੂਨਿਟ ਯੂਜ਼ ਕਰ ਰਹੇ ਹਾਂ, ਡਿਮਾਂਡ ਫਸਟ 1 ਹੈ ਪਰਫੈਕਟ ਕੰਪੀਟੀਸ਼ਨ ਦੇ ਵਿੱਚ, ਤਾਂ ਜਿਹੜੇ ਕੰਪਿਊਟਰਸ ਨੇ ਉਹਨਾਂ ਦੀ ਪ੍ਰੋਡਕਸ਼ਨ ਪਰ ਈਅਰ ਕਿੰਨੀ ਹੋ ਰਹੀ ਹੈ, 15 ਜਿਹੜੇ ਕੰਪਿਊਟਰਸ ਨੇ ਉਹ ਪ੍ਰੋਡਿਊਸ ਕੀਤੇ ਜਾ ਰਹੇ ਨੇ। ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਹੈ ਪਹਿਲਾਂ 0 ਹੈ ਤੇ ਹੁਣ 15 ਹੈ, that is why 15 minus 0 is equal to 15 ਆਪਣੀ ਮਾਰਜਨਲ ਪ੍ਰੋਡਕਟਿਵਿਟੀ ਹੈ। ਇੱਕ ਲੇਬਰ 15 ਕੰਪਿਊਟਰਸ ਨੂੰ ਪ੍ਰੋਡਿਊਸ ਕਰ ਰਹੀ ਹੈ, ਤੇ ਪਰ ਕੰਪਿਊਟਰ ਦੀ ਇੱਕ ਕੰਪਿਊਟਰ ਦਾ ਜਿਹੜਾ ਪ੍ਰਾਈਸ ਹੈ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ ਉਹ ਕਿੰਨੀ ਹੈ, 20,000 ਹੈ। ਤਦ ਆਪਾਂ 20,000 ਨੂੰ ਪ੍ਰਾਈਸ ਨੂੰ ਆਊਟਪੁੱਟ ਦੇ ਨਾਲ 15 ਕੰਪਿਊਟਰਸ ਜੋ ਪ੍ਰੋਡਿਊਸ ਕਰ ਰਹੇ ਉਹਦੇ ਨਾਲ ਮਲਟੀਪਲਾਈ ਕਰਾਂਗੇ, ਦੈਟ ਇਜ਼ ਦਾ 3 ਲੱਖ, ਠੀਕ ਹੈ। ਐਂਡ ਉਸ ਤੋਂ ਬਾਅਦ ਆਪਾਂ ਨੇ ਸੈਕੰਡ ਲੇਬਰ ਯੂਜ਼ ਕੀਤੀ ਆ, ਤਾਂ ਸੈਕੰਡ ਜਿਹੜੀ ਲੇਬਰ ਜਦੋਂ ਆਪਾਂ ਨੇ ਯੂਜ਼ ਕੀਤੀ ਹੈ ਤਾਂ ਕੰਪਿਊਟਰਸ ਦੀ ਕੁਆਂਟੀਟੀ ਇਨਕਰੀਜ਼ ਹੋ ਕੇ ਕਹਿੰਦੇ ਕਿੰਨੀ ਹੋ ਗਈ, 28 ਹੋ ਗਈ। ਤਾਂ ਟੋਟਲ
ਜਿਹੜੇ ਕੰਪਿਊਟਰਸ ਨੇ ਉਹਦੀ ਪ੍ਰੋਡਕਸ਼ਨ 28 ਹੈ ਐਂਡ ਮਾਰਜਨਲ ਪ੍ਰੋਡਕਟਿਵਿਟੀ ਕਿੰਨੀ ਹੈ 13 ਠੀਕ ਹੈ एंड उस तो बाद 28 माइनस 15 इज इक्वल टू 13 इज इक्वल टू मार्जिनल प्रोडक्टिविटी सैकंड लेबर यूज करने दे नाल ਜਿਹੜੀ ਆਪਣੀ ਪਰ ईयर ਦੀ ਪ੍ਰੋਡਕਸ਼ਨ ਉਹ ਕਿੰਨੀ ਕਰ ਰਿਹਾ 13 ਕਰ ਰਿਹਾ 13 into 20,000 is equal to 2,60,000 ਤਾਂ ਮਤਲਬ ਆਪਣੀ ਜਿਹੜੀ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ ਉੱਥੇ ਡਿਕਰੀਜ਼ ਹੋ ਰਹੀ ਹੈ ਐਂਡ ਉਸ ਤੋਂ ਬਾਅਦ ਫ੍ਰੀ ਲੇਬਰ ਇੱਕ ਲੇਬਰ ਯੂਨਿਟ ਹੋਰ ਇਨਕਰੀਜ਼ ਕੀਤਾ ਡਿਮਾਂਡ ਕੀਤੀ ਤਾਂ ਟੋਟਲ ਜਿਹੜੀ ਕੁਆਂਟੀਟੀ ਪ੍ਰੋਡਿਊਸ ਹੋ ਰਹੀ ਹੈ कंप्यूटर्स की दैट इज 39 एंड मार्जिनल प्रोडक्टिविटी कितनी है 11 39 माइनस 28 इज इक्वल टू 11 एंड वैल्यू ऑफ मार्जिनल प्रोडक्टिविटी 11 into 20,000 इज इक्वल टू 2,20,000 एंड उस बाद फोर्थ यूनिट यूज किया है 47 कहते टोटल कंप्यूटर्स ने जो प्रोड्यूस हुए हैं एंड मार्जिनल प्रोडक्टिविटी 47 माइनस 39 इज इक्वल टू 8 मार्जिनल प्रोडक्टिविटी है जी वो भी की हो रही है अपनी डिक्रीज हो रही है तो जी अपनी टोटल नंबर ऑफ कंप्यूटर्स मीनस अपनी मार्जिनल प्रोडक्टिविटी जिवें जिवें आप यूनिट ਵਧਾਈ ਜਾ ਰਹੀ ਹੈ ਲੇਬਰ ਦੀ ਉਹਨਾਂ ਦੀ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਹੋ ਗਈ ਹੈ ਡਿਮਿਨਿਸ਼ਿੰਗ ਹੁੰਦੀ ਜਾ ਰਹੀ ਹੈ ਐਂਡ ਉਸ ਤੋਂ ਬਾਅਦ 11 ਕੰਪਿਊਟਰ ਪ੍ਰੋਡਿਊਸ ਕਰ ਰਹੀ ਹੈ ਥਰਡ ਲੇਬਰ ਐਂਡ 2,20,000 ਦੀ ਕਹਿੰਦੇ ਆਪਾਂ ਨੂੰ ਰੈਵਨਿਊ ਹੋ ਰਿਹਾ ਮਾਰਜਨਲ ਪ੍ਰੋਡਕਟ ਦੇ ਵਿੱਚ ਵੈਲਿਊ ਹੈ ਇਹਨਾਂ ਦੀ ਐਂਡ ਉਸ ਤੋਂ ਬਾਅਦ 5th 6th 7th 8th ਜਦੋਂ ਆਪਾਂ 8th ਲੇਬਰ ਯੂਜ਼ ਕਰ ਰਹੇ ਹਾਂ ਤਾਂ ਆਪਣੀ ਜਿਹੜੀ ਟੋਟਲ ਪ੍ਰੋਡਕਸ਼ਨ ਹੈ ਪਰ ਈਅਰਸ ਦੀ ਕੰਪਿਊਟਰਸ ਦੀ ਕਿੰਨੀ ਹੋ ਰਹੀ ਹੈ 7th ਦੇ ਵਿੱਚ ਤੁਸੀਂ ਦੇਖ ਸਕਦੇ ਹੋ 7th ਦੇ ਵਿੱਚ ਆਪਣੀ 57 ਜਿਹੜੀ ਹੈ ਆਪਾਂ ਟੋਟਲ ਪ੍ਰੋਡਕਸ਼ਨ ਕਰ ਰਹੇ ਹਾਂ 7th ਲੇਬਰ ਦੇ ਨਾਲ एंड उस तो बाद 2 जी मार्जिनल प्रोडक्टिविटी है 7th जी लेबर है वो सिर्फ 2 कंप्यूटर्स को प्रोड्यूस कर रही है जो फर्स्ट लेबर यूज की थी वो टोटल 15 कंप्यूटर्स से जो प्रोड्यूस कर रही थी तो जी वैल्यू ऑफ मार्जिनल प्रोडक्टिविटी है 2 कंप्यूटर्स की दैट इज 40,000 एंड उस तो बाद 18 एक लेबर का यूनिट की होर डिमांड की ਤਾਂ ਜਿਹੜੀ ਆਪਣੀ ਕੰਪਿਊਟਰ ਦੀ ਪ੍ਰੋਡਕਸ਼ਨ ਹੈ ਉਹਦੇ ਵਿੱਚ ਕੋਈ ਵੀ ਇਨਕਰੀਜ਼ ਨਹੀਂ ਹੋਇਆ ਹੈ ਪੂਰੀ ਯੂਅਰਸ ਜੀਅਰਸ ਦੀ ਜਿਹੜੀ ਕੰਪਿਊਟਰ ਦੀ ਪ੍ਰੋਡਕਸ਼ਨ ਹੈ ਉਹ ਸੇਮ ਹੈ ਤਾਂ ਮਾਰਜਨਲ ਪ੍ਰੋਡਕਟਿਵਿਟੀ 57 ਮਾਈਨਸ 57 ਇਜ਼ ਇਕੁਅਲ ਟੂ 0 ਹੈ ਤਾਂ ਇਟਸ ਮੀਨਸ 8 ਜਿਹੜੀ ਲੇਬਰ ਹੈ ਉਹ ਕੁਝ ਵੀ ਪ੍ਰੋਡਿਊਸ ਨਹੀਂ ਕਰ ਰਹੀ ਇੱਥੇ ਲੇਬਰ ਦੀ ਡਿਮਾਂਡ ਕੀ ਹੋ ਜਾਏਗੀ 0 ਹੋ ਜਾਏਗੀ ਕਿਉਂਕਿ ਲੇਬਰ ਦੀ ਮਾਰਜਨਲ ਪ੍ਰੋਡਕਟਿਵਿਟੀ ਕੀ ਹੈ 0 ਹੈ ਜਿਹੜੀ 8th ਲੇਬਰ ਲਗਾਈ ਹੈ ਉਹਦੇ ਸਿਰਫ ਆਪਾਂ ਕਾਸਟ ਪੇ ਕਰ ਰਹੇ ਹਾਂ ਉਹਦੀ ਜਿਹੜੀ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ ਉਹ ਵੀ ਕੀ ਹੈ 0 ਹੈ ਤਾਂ ਆਪਾਂ 7th ਲੇਬਰ ਤੱਕ ਜਿਹੜੀ ਆਪਣੀ ਲੇਬਰ ਦੀ ਡਿਮਾਂਡ ਆ ਉਹ ਇਨਕਰੀਜ਼ ਕਰਾਂਗੇ 7 ਤੋਂ ਬਾਅਦ 8th ਲੇਬਰ ਤੇ ਆਪਣੀ ਜਿਹੜੀ ਹੈ प्रोडक्ट अपनी लेबर की डिमांड इंक्रीज नहीं करेंगे जिथे कहते TR अपनी मैक्सिमम है डेट इज 57 एंड MP अपनी 0 है उत्थे आप लेबर की प्रोडक्शन बंद कर देंगे अगर इस तो बाद भी 9 10 10th अपने लेबर की प्रोडक्शन इंक्रीज की लेबर की डिमांड इंक्रीज की तो अपनी किया लॉस होना स्टार्ट हो जाएगा अपनी TR TP टोटल प्रोडक्शन घटनी स्टार्ट हो जाएगी TR अपनी डिक्रीज होनी स्टार्ट हो जाएगी MP अपनी नैगेटिव होनी स्टार्ट हो जाएगी तब कहने जी VMP कर्व है अपनी वैल्यू ऑफ मार्जिनल प्रोडक्टिविटी वो की होंगी है लैफ्ट राइट की होंगी है डाउनवर्ड होंगी है लैफ्ट राइट डाउनवर्ड होंगी है कि जिमें जिमें लेबर की क्वांटिटी की डिमांड ज़्यादा करते जावांगे उवें उवें जी साडी वैल्यू ऑफ मार्जिनल प्रोडक्टिविटी वो की होंगी जाएगी डिमिनिशिंग होंगी जाएगी तो कई रीजनस ने ये घट होने जिमें कि प्राइसिस ऑफ द कंपनीज आउटपुट कंपनी की आउटपुट के प्राइस इंक्रीज होना मीनस कॉस्ट इंक्रीज होना एंड लेबर प्रोडक्टिविटी है जी कंपनी के वर्कर्स की डिक्रीज होनी अगे वैल्यू ऑफ मार्जिनल प्रोडक्टिविटी एंड फर्म डिसीजन टू हायर कहते इतने की है नंबर ऑफ वर्कर्स दिखाए हुए हैं 0 1 एंड कंप्यूटर प्रोड्यूस्ड पर ईयर 15 एंड मार्जिनल प्रोडक्टिविटी 15 एंड वैल्यू ऑफ मार्जिनल प्रोडक्टिविटी इज 4,50,000 एंड उस तो बाद सैक्टर मार्केट के कहते वैल्यू ऑफ मार्जिनल प्रोडक्टिविटी एंड फर्म डिसीजन टू हायर लेते हुए तो इतने फर्म 8 डिसीजन 8 तक लेबर की डिमांड की करेगी इंक्रीज करेगी उस तो बाद कहते इंक्रीज नहीं करेगी क्योंकि उस तो बाद लॉस स्टार्ट हो रही है वैल्यू ऑफ मार्जिनल प्रोडक्टिविटी तुसीं देख रहे हो डिमांड कर्व फॉर परफेक्टली कॉम्पीटिशन मार्केट परफेक्ट कॉम्पीटिशन के लेबर की डिमांड कहते लेबर की डिमांड जिमें जिमें आप इंक्रीज करांगे उवें उवें जी है अपनी जी मार्जिनल प्रोडक्टिविटी वैल्यू ऑफ मार्जिनल प्रोडक्टिविटी वो डिक्रीज होगी तो इतने तुम देख सकते हो ओ एक्स से डिमांड कर्व ऑफ लेबर लीती हुई है एंड ओ वाई से वेजिस लीती हुई ने तो इतने वेजिस से जी लेबर की डिमांड है वो भी इनडायरैक्ट रिलेशनशिप है जो वेजिस ज़्यादा होंगे ने तो लेबर की डिमांड घट होंगी है जो वेजिस घट होंगी ने तो लेबर की डिमांड ज़्यादा होंगी है तो उस तो इलावा कहते जो वेजिस ज़्यादा लेबर की डिमांड घट लेकिन जी वैल्यू ऑफ मार्जिनल प्रोडक्टिविटी होगी है ज़्यादा है परफेक्ट कॉम्पीटिशन जिमें वेजिस डिक्रीज हुई लेबर की डिमांड इंक्रीज होगी तो जी वैल्यू ऑफ मार्जिनल प्रोडक्टिविटी है वो डिक्रीज होगी
ਜਿਵੇਂ ਜਿਵੇਂ ਹੋਰ ਵੇਜਿਸ ਡਿਕਰੀਜ਼ ਹੁੰਦੀ ਹੈਗੀਆਂ ਲੇਬਰ ਦੀ ਡਿਮਾਂਡ ਇਨਕਰੀਜ਼ ਹੁੰਦੀ ਗਈ ਤੇ ਮਾਰਜਨਲ ਪ੍ਰੋਡਕਟਿਵਿਟੀ ਹੈ ਜਿਹੜੀ ਉਹ ਕੀ ਆ ਡਿਕਰੀਜ਼ ਹੋ ਰਹੀ ਹੈ। ਤਦ ਕਰਕੇ ਜਿਹੜੀ ਆਪਣੀ VMP ਆ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ ਉਹ ਕੀ ਹੁੰਦੀ ਆ ਲੈਫਟ ਰਾਈਟ ਡਾਊਨਵਰਡ ਹੁੰਦੀ ਆ ਇਨ ਪਰਫੈਕਟ ਕੰਪੀਟੀਸ਼ਨ। ਐਂਡ ਦ ਨੈਕਸਟ ਇਜ਼ ਬੈਕਵਰਡ ਬੈਂਡਿੰਗ ਸਪਲਾਈ ਕਰਵ। ਜਿਵੇਂ ਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਜਿਹੜੀ ਸਪਲਾਈ ਕਰਵ ਹੁੰਦੀ ਆ ਉਹ ਕੀ ਹੁੰਦੀ ਆ ਬੈਕਵਰਡ ਬੈਂਡਿੰਗ ਹੁੰਦੀ ਆ। ਆਪਣੀ ਸਪਲਾਈ ਕਰਵ ਬੈਕਵਰਡ ਬੈਂਡਿੰਗ ਹੁੰਦੀ ਹੈ। ਇਹਦਾ ਰੀਜ਼ਨ ਕੀ ਹੈ ਕਹਿੰਦੇ ਫਰਸਟਲੀ ਜਿਹੜਾ ਹੈ ਸਪਲਾਈ ਹਾਊਸਹੋਲਡ ਦੇ ਥਰੂ ਕੀਤੀ ਜਾਂਦੀ ਹੈ ਹਾਊਸਹੋਲਡ ਸੈਕਟਰ ਦੇ ਥਰੂ ਤੇ ਜਿਹੜੀ ਲੇਬਰ ਹੈ ਕਹਿੰਦੇ ਉਹ ਟੂ ਜਿਹੜੇ ਫੈਕਟਰਸ ਨੇ ਟੂ ਥਿੰਗਸ ਨੇ ਜਿਹੜੀਆਂ ਸਿਚੁਏਸ਼ਨਸ ਉਹ ਆਪਣੀ ਸਪਲਾਈ ਤੇ ਡਿਪੈਂਡ ਕਰਦੀਆਂ ਨੇ। ਇੱਕ ਤਾਂ ਕਹਿੰਦੇ ਲੇਅਰ ਟਾਈਮ ਇੱਕ ਵਰਕਿੰਗ ਟਾਈਮ ਕਹਿੰਦੇ ਜਿਹੜੇ ਆਪਣੀ ਲੇਬਰ ਹੈ ਉਹ ਜ਼ਿਆਦਾ ਵੇਲਾ ਰਹਿਣਾ ਪਸੰਦ ਕਰੇਗੀ ਜਾਂ ਲੇਅਰ ਟਾਈਮ। ਅਗਰ ਕਹਿੰਦੇ ਫਰਸਟਲੀ ਉਹਨਾਂ ਦੀਆਂ ਵੇਜਿਸ ਵੱਧ ਰਹੀਆਂ ਨੇ ਤਾਂ ਵੇਜਿਸ ਦੇ ਨਾਲ ਨਾਲ ਉਹਨਾਂ ਦਾ ਵਰਕ ਵਧੇਗਾ ਤੇ ਲੇਅਰ ਟਾਈਮ ਘਟੇਗਾ ਤੇ ਉਸ ਤੋਂ ਬਾਅਦ ਅਗਰ ਉਹਨਾਂ ਕੋਲ ਵੇਜਿਸ ਦੇ ਥਰੂ ਪੈਸਾ ਜ਼ਿਆਦਾ ਇਕੱਠਾ ਹੋ ਗਿਆ ਤਾਂ ਲੌਂਗ ਰਨ ਦੇ ਵਿੱਚ ਕੀ ਆ ਉਹ ਵਰਕ ਦੀ ਜਗ੍ਹਾ ਤੇ ਲੇਅਰ ਨੂੰ ਪ੍ਰੈਫਰੈਂਸ ਦੇਣਗੇ ਕਿਉਂਕਿ ਉਹ ਆਪਣੇ ਜਿਹੜਾ ਇਨਕਮ ਹੈ ਉਹਨੂੰ ਇੰਜੋਏ ਕਰਨੀ ਸਟਾਰਟ ਕਰ ਦੇਣਗੇ। ਠੀਕ ਹੈ ਤਾਂ ਸਪਲਾਈ ਕਰਵ ਤੁਸੀਂ ਲੇਬਰ ਦੇਖ ਸਕਦੇ ਹੋ ਉਹ ਐਕਸ ਅਕਸ਼ ਤੇ ਵਰਕ ਆਵਰਸ ਆਫ ਵਰਕ ਐਂਡ ਆਵਰਸ ਆਫ ਲੇਅਰ ਦਿਖਾਏ ਹੋਏ ਨੇ ਉਹ ਵਾਈ ਤੇ ਵੇਜਿਸ ਦਿਖਾਏ ਹੋਏ ਆ। ਫॉर एग्जांपल टोटल 22 आवर्स ने उन्होंने 2 पार्ट्स ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਕਿ ਜਾਂ ਤਾਂ ਆਪਾਂ ਵਰਕ ਕਰ ਸਕਦੇ ਹਾਂ ਜਾਂ ਲੇਅਰ ਰਹਿਣਾ ਪਸੰਦ ਕਰ ਸਕਦੇ ਹਾਂ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਕਿ ਜਿਵੇਂ ਜਿਵੇਂ ਆਪਣੀਆਂ ਵੇਜਿਸ ਇਨਕਰੀਜ਼ ਹੋ ਰਹੀਆਂ ਨੇ ਵਰਕ ਇਨਕਰੀਜ਼ ਹੋ ਰਿਹਾ ਤੇ ਲੇਅਰ ਟਾਈਮ ਡਿਕਰੀਜ਼ ਹੋ ਰਿਹਾ ਤੇ ਉਸ ਤੋਂ ਬਾਅਦ ਜਿਵੇਂ ਕਿ ਆਪ ਕੀ ਆ ਇੱਕ ਟਾਈਮ ਤੇ ਆ ਕੇ ਆਪਣੇ ਕੋਲ ਪੈਸਾ ਲੇਬਰ ਦੇ ਕੋਲ ਜ਼ਿਆਦਾ ਹੋ ਜਾਂਦਾ ਹੈ। ਠੀਕ ਹੈ ਤਾਂ ਉਹ ਇੰਜੋਏ ਕਰਨਾ ਚਾਹੁੰਦਾ ਹੈ ਆਪਣੇ ਲਈ ਆਪਣੇ ਪੈਸੇ ਨੂੰ ਤਦ ਉਹ ਕੀ ਆ ਕੰਮ ਘਟਾ ਦਿੰਦਾ ਹੈ ਲੇਬਰ ਦੀ ਸਪਲਾਈ ਘਟਾ ਦਿੰਦਾ ਹੈ ਤੇ ਆਪਣਾ ਲੇਅਰ ਟਾਈਮ ਇਨਕਰੀਜ਼ ਕਰ ਦਿੰਦਾ ਹੈ। ਜਾਂ ਫਿਰ ਦੂਸਰੀ ਤਰਫ ਤੁਸੀਂ ਦੇਖ ਸਕਦੇ ਹੋ ਕਿ ਬੈਕਵਰਡ ਬੈਂਡਿੰਗ ਸਪਲਾਈ ਕਰਵ ਦੇ ਵਿੱਚ ਕੀ ਜਦੋਂ ਆਪਣੀ ਵੇਜਿਸ ਘੱਟ ਹੁੰਦੀਆਂ ਨੇ ਤਦ ਕੀ ਆ ਲੇਬਰ ਦੀ ਜਿਹੜੀ ਸਪਲਾਈ ਹੈ ਉਹ ਘੱਟ ਹੁੰਦੀ ਹੈ ਤੇ ਲੇਬਰ ਵਰਕ ਦੀ ਜਗ੍ਹਾ ਤੇ ਲੇਅਰ ਜ਼ਿਆਦਾ ਰਹਿਣਾ ਪਸੰਦ ਕਰਦੀ ਹੈ। ਤੇ ਜਿਵੇਂ ਜਿਵੇਂ ਕਹਿੰਦੇ ਵੇਜਿਸ ਇਨਕਰੀਜ਼ ਹੁੰਦੀਆਂ ਨੇ ਤਾਂ ਵਰਕਿੰਗ ਟਾਈਮ ਇਨਕਰੀਜ਼ ਹੁੰਦਾ ਹੈ ਐਂਡ ਲੇਅਰ ਟਾਈਮ ਗੈਟ ਡਿਕਰੀਜ਼ ਹੁੰਦਾ। ਦੈਟ ਇਜ਼ ਅ ਰੀਜ਼ਨ ਕਿ ਜਿਹੜੀ ਆਪਣੀ ਸਪਲਾਈ ਕਰਵ ਹੈ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਬੈਕਵਰਡ ਬੈਂਡਿੰਗ ਹੁੰਦੀ ਹੈ। And the next improvement in the labor productivity and demand for labor ਇਹਦੇ ਵਿੱਚ ਦਿਖਾਇਆ ਹੈ ਲੇਬਰ ਪ੍ਰੋਡਕਟਿਵਿਟੀ ਦਿਖਾਈ ਹੋਈ ਆ ਕਿ ਨੰਬਰ ਆਫ ਵਰਕਰਸ ਜਦੋਂ ਕਿ ਇਨਕਰੀਜ਼ ਹੁੰਦੇ ਨੇ ਤਾਂ ਨੰਬਰ ਆਫ ਵਰਕਰ ਫਰਸਟ ਕਾਲਮ ਦੇ ਵਿੱਚ ਦਿਖਾਏ ਹੋਏ ਨੇ 0 to 8 ਐਂਡ ਕੰਪਿਊਟਰ ਪ੍ਰੋਡਿਊਸਡ ਪਰ ਈਅਰ ਦਿਖਾਏ ਹੋਏ ਨੇ। ਇਹਦੇ ਵਿੱਚ ਕੀ ਆ ਲੇਬਰ ਦੀ ਪ੍ਰੋਡਕਟਿਵਿਟੀ ਇਨਕਰੀਜ਼ ਹੋ ਰਹੀ ਹੈ ਐਂਡ ਡਿਮਾਂਡ ਫॉर ਲੇਬਰ ਵੀ ਕੀ ਆ ਇਨਕਰੀਜ਼ ਹੋ ਰਹੀ ਹੈ। ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ ਲੇਕਿਨ ਡਿਕਰੀਜ਼ ਹੋ ਰਹੀ ਹੈ ਐਂਡ ਮਾਰਜਨਲ ਪ੍ਰੋਡਕਟਿਵਿਟੀ ਵੀ ਕੀ ਆ ਡਿਕਰੀਜ਼ ਹੋ ਰਹੀ ਹੈ। ठीक है तो लेबर की प्रोडक्टिविटी तो जो अपना वेज रेट है वो की करता डिपेंड करता तो लेबर की डिमांड डिपेंड करती है। अगर लेबर की प्रोडक्टिविटी ज़्यादा होगी तो लेबर की डिमांड घट होगी अगर लेबर की प्रोडक्टिविटी घट होगी तो लेबर की डिमांड घट होगी। तो डिमांड शेड्यूल ऑफ प्रोडक्ट बाय मोनोपिस्टिक कंपटीशन दिखाया है इतने तक मोनोपिस्टिक कंपटीशन देख सकते हो प्राइस दिखाया है 10 9 8 7 6 5 4 3 2 एंड क्वांटिटी डिमांडेड 1 2 3 4 5 6 7 8 9 ਨੈਗੇਟਿਵ ਰਿਲੇਸ਼ਨਸ਼ਿਪ ਹੈ ਜਿਵੇਂ ਜਿਵੇਂ ਪ੍ਰਾਈਸ ਡਿਕਰੀਜ਼ ਹੁੰਦਾ ਹੈ ਕੁਆਂਟੀਟੀ ਹੈ ਜਿਹੜੀ ਪ੍ਰੋਡਕਟ ਦੀ ਉਹ ਇਨਕਰੀਜ਼ ਹੁੰਦੀ ਆ। ਟੋਟਲ ਰੈਵਨਿਊ ਕੀ ਆ ਪਹਿਲਾਂ ਇਨਕਰੀਜ਼ ਹੁੰਦਾ ਹੈ ਟੋਟਲ ਇਨਕਮ ਤੇ ਫਿਰ ਉਸ ਤੋਂ ਬਾਅਦ ਡਿਕਰੀਜ਼ ਹੁੰਦੀ ਹੈ ਐਂਡ ਮਾਰਜਨਲ ਰੈਵਨਿਊ ਕੀ ਆ ਪੋਜ਼ਿਟਿਵ ਹੈ ਪਹਿਲਾਂ ਡਿਕਰੀਜ਼ ਹੁੰਦਾ ਫਿਰ ਜ਼ੀਰੋ ਹੁੰਦਾ ਹੈ ਫਿਰ ਮਾਈਨਸ ਦੇ ਵਿੱਚ ਹੁੰਦਾ ਹੈ। ਤਾਂ ਡਿਮਾਂਡ ਦੇ ਵਿੱਚ ਕੀ ਆ ਕਹਿੰਦੇ ਜਿੱਥੇ ਜ਼ੀਰੋ ਹੈ ਆਪਣਾ ਟੋਟਲ ਰੈਵਨਿਊ ਮੈਕਸਿਮਮ ਹੈ ਤੇ ਮਾਰਜਨਲ ਰੈਵਨਿਊ ਜ਼ੀਰੋ ਹੈ ਉੱਥੇ ਤੱਕ ਲੇਬਰ ਦੀ ਡਿਮਾਂਡ ਹੋਏਗੀ ਉਸ ਤੋਂ ਬਾਅਦ ਲੇਬਰ ਦੀ ਡਿਮਾਂਡ ਨਹੀਂ ਹੋਏਗੀ। ਐਂਡ ਇਸ ਦੇ ਵਿੱਚ ਡਿਮਾਂਡ ਐਂਡ ਸਪਲਾਈ ਆਫ ਲੇਬਰ ਆਪਾਂ ਦੇਖ ਸਕਦੇ ਹਾਂ इन परफेक्ट कंपटीशन ਦੇ ਵਿੱਚ ਦੇਖ ਸਕਦੇ ਹਾਂ ਡਿਮਾਂਡ ਐਂਡ ਲੇਬਰ ਆਫ ਡਿਮਾਂਡ ਫॉर ਲੇਬਰ ਦਿਖਾਈ ਹੋਈ ਹੈ। ਤਾਂ ਡਿਮਾਂਡ ਆਫ ਲੇਬਰ ਦੇ ਵਿੱਚ ਕੀ ਆ ਕਹਿੰਦੇ ਜਿਹੜਾ ਆਪਣਾ ਮਾਰਜਨਲ ਰੈਵਨਿਊ ਪ੍ਰੋਡਕਟਿਵਿਟੀ ਹੈ ਲੇਬਰ ਦੀ ਐਂਡ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ ਲੇਬਰ ਦੀ ਹੈ ਉਹ ਕੀ ਆ ਡਾਊਨਵਰਡ ਸਲੋਪਿੰਗ ਹੈ ਲੈਫਟ ਰਾਈਟ। ਤਾਂ ਇੱਥੇ ਵੇਜ ਰੇਟ ਫਿਕਸ ਕੀਤਾ ਹੈ ਜਿੱਥੇ ਲੇਬਰ ਦੀ ਸਪਲਾਈ ਸ਼ੋ ਹੋ ਰਹੀ ਹੈ ਡਬਲ ਜੋ ਵੇਜਿਸ ਨੇ SL ਇਜ਼ ਦਾ ਸਪਲਾਈ ਆਫ ਲੇਬਰ ਠੀਕ ਹੈ ਤੇ MRP ਜਿੱਥੇ ਮਾਰਜਨਲ ਰੈਵਨਿਊ ਆਪਣਾ ਲੇਬਰ ਦਾ ਇਕੁਅਲ ਹੋਏਗਾ अपना वेजिस के उत्ते ही जो अपना वेज रेट है फिक्स होएगा तो दैट इज आ MRP एंड VMP इतने की लैफ्ट राइट की डाउनवर्ड तो इतने जो है अपना टू सिचुएशंस ने द वेज रेट पेड बाय बोथ द फर्म्स रिमेन सेम OW बट आ कॉम्पिटिटिव फर्म्स विल बी एम्प्लॉय OLC एंड नंबर ऑफ वर्कर्स विल बी मोनोपिस्टिक फर्म्स विल बी OLM। इतने टू फर्म्स ने कहते जिन्हों की डिमांड एंड सप्लाई दिखाई हुई आ तो कॉम्पिटिटिव फर्म्स मोनोपिस्टिक के टू फर्म्स ने LM कहते अपना मोनोपिस्टिक फॉर्म है एंड कॉम्पिटिटिव LC है कहते इतने कहते जी अपनी LC फॉर्म्स की जी है सप्लाई एंड डिमांड ज़्यादा है दूसरी फॉर्म के नालों।
ਇੱਥੇ ਇੰਪਰਫੈਕਟ ਕੰਪੀਟੀਸ਼ਨ ਦੇ ਵਿੱਚ ਸਪਲਾਈ ਦਿਖਾਈ ਹੋਈ ਲੇਬਰ ਦੀ। ਇੱਥੇ ਕਹਿੰਦੇ ਮਾਰਕੀਟ ਦੇ ਵਿੱਚ ਜਿਹੜੀ ਹੈ ਸਪਲਾਈ ਲੇਬਰ ਦੀ ਇੰਪਰਫੈਕਟ ਕੰਪੀਟੀਸ਼ਨ ਦੇ ਵਿੱਚ ਕਹਿੰਦੇ ਵਰਕਰ ਸਪਲਾਈ ਉਦੋਂ ਜ਼ਿਆਦਾ ਕਰਨਗੇ ਜਦੋਂ ਵੇਜ ਕੀ ਹੋਏਗਾ, ਜ਼ਿਆਦਾ ਹੋਏਗਾ। ਜਦੋਂ ਵੇਚ ਕੇ ਘੱਟ ਤਾਂ ਮਾਰਕੀਟ ਦੇ ਵਿੱਚ ਸਪਲਾਈ ਨੰਬਰ ਆਫ ਵਰਕਰਸ ਦੀ ਸਪਲਾਈ ਘੱਟ, ਜਦੋਂ ਵੇਜ ਰੇਟ ਜਿਵੇਂ ਜਿਵੇਂ ਇਨਕਰੀਜ਼ ਹੋ ਰਿਹਾ ਤਾਂ ਮਾਰਕੀਟ ਦੇ ਵਿੱਚ ਜਿਹੜੀ ਵਰਕਰ ਦੀ ਸਪਲਾਈ ਉਹ ਵੀ ਕੀ ਹੋ ਰਹੀ ਹੈ, इंक्रीज हो रही है। एंड दूसरी तरफ इंडिविजुअल फर्म से द्वारा सप्लाई कर्व दिखाई हुई है, जो कि है इंडिविजुअल फर्म से द्वारा सप्लाई कर्व किया अपनी इंक्रीज हो रही है, नंबर ऑफ वर्कर्स की सप्लाई इंक्रीज हो रही है, लेकिन वेज रेट की है फिक्स है जो एक फर्म के द्वारा फिक्स किया गया है। एंड इक्विलिब्रियम की पोजीशन दिखाई हुई जिथे कहते इक्विलिब्रियम की पोजीशन उत्थे होएगी जिथे डिमांड फॉर लेबर एंड सप्लाई ऑफ लेबर की होएगा, इक्वल होएगा। तो इंप्लीकेशन ऑफ मिनिमम वेज लैजिस्लेशन दिखाई हुई है लेबर मार्केट दे विच। ਤਾਂ ਮਿਨੀਮਮ ਵੇਜਿਸ ਲਾ ਆਫ ਲੇਬਰ ਮਾਰਕੀਟ ਦੇ ਵਿੱਚ ਕੀਆ ਤਾਂ ਮਿਨੀਮਮ ਵੇਜਿਸ ਨੇ ਜਿਹੜਾ ਗਵਰਨਮੈਂਟ ਦੇ ਦੁਆਰਾ ਫਿਕਸ ਕੀਤੀਆਂ ਜਾਂਦੀਆਂ ਨੇ, ਜਿਹੜਾ ਲੇਬਰ ਪਾਲਿਸੀਜ਼ ਨੂੰ ਦੇਖ ਕੇ ਹੋਏ ਵੇਜਿਸ ਪਾਲਿਸੀਜ਼ ਨੂੰ ਦੇਖ ਕੇ ਬਣਾਈਆਂ ਜਾਂਦੀਆਂ ਨੇ ਆਪਣੀ ਲੇਬਰ ਯੂਨੀਅਨਸ ਦੇ ਥਰੂ, ਠੀਕ ਹੈ, ਐਂਡ ਗਵਰਨਮੈਂਟਸ ਦੇ ਥਰੂ। ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਂਡ ਵੇਜਿਸ ਉੱਥੇ ਫਿਕਸ ਹੋਏਗੀ, ਇਕੁਇਲਿਬਰੀਅਮ ਦੀ ਪੋਜੀਸ਼ਨ ਉੱਥੇ ਹੋਏਗੀ ਜਿੱਥੇ ਕਹਿੰਦੇ ਆਪਣੀ ਲੇਬਰ ਦੀ ਡਿਮਾਂਡ ਤੇ ਸਪਲਾਈ ਇਕੁਅਲ ਹੋਏਗੀ। ਤਾਂ ਇੱਥੇ ਓ ਐਕਸ ਐਕਸ ਤੇ ਨੰਬਰ ਆਫ ਵਰਕਰਸ ਦਿਖਾਏ ਹੋਏ ਨੇ, ਓ ਵਾਈ ਦੇ ਵੇਜਿਸ ਦਿਖਾਈ ਹੋਈਆਂ ਨੇ। ਤਾਂ ਜਿਹੜੀ ਡਿਮਾਂਡ ਕਰਵ ਹੈ ਡੀ ਡੀ ਇਜ਼ ਦਾ ਡਿਮਾਂਡ ਕਰਵ ਆਫ ਲੇਬਰ ਐਂਡ ਐਸ ਐਸ ਇਜ਼ ਦਾ ਸਪਲਾਈ ਕਰਵ ਆਫ ਲੇਬਰ। ਤਾਂ ਜਿਹੜੇ ਜਿੱਥੇ ਇੱਕ ਦੂਸਰੇ ਨੂੰ ਕੱਟ ਕਰ ਰਹੇ ਨੇ ਤਾਂ ਉੱਥੇ ਜਿਹੜੀ ਹੈ ਲੇਬਰ ਦੀ ਡਿਮਾਂਡ ਤੇ ਸਪਲਾਈ ਓ ਐਨ ਐਂਡ ਲੇਬਰ ਦੀ ਜਿਹੜੀ ਵੇਜ ਰੇਟ ਹੈ ਉਹ ਡਬਲ ਜੂ ਫਿਕਸ ਹੋਇਆ ਹੈ। ਲੇਕਿਨ ਮਿनिमम वेज रेट किया अबव है वो डबल जू एम ऊपर है जो अपना दैट इज अ मिनिमम वेज रेट। तो वो की शो कर रहा है तो उत्थे जो मिनिमम वेज रेट है जो गवर्नमेंट ने फिक्स किया है उत्थे सप्लाई ऑफ लेबर ज़्यादा है लेकिन डिमांड फॉर लेबर घट है, मीनस अनएम्प्लॉयमेंट दिख रही है सानू। तो अनएम्प्लॉयमेंट कितनी है क्योंकि डिमांड फॉर लेबर है जी वो घट है लेकिन सप्लाई ऑफ लेबर ज़्यादा है। तो कितनी सप्लाई ऑफ लेबर ज़्यादा है, एन ए एन बी सप्लाई ऑफ लेबर डिमांड के नालों ज़्यादा है, तो दैट इज अ अनएम्प्लॉयमेंट। अगर नीचे गल करिए तो इतने डिमांड फॉर लेबर ज़्यादा है जो वेजिस घट ने, सप्लाई ऑफ लेबर घट है, तो शॉर्टेज ऑफ लेबर है, दैट इज अ पॉइंट ऑफ इक्विलिब्रियम। तो एक्सप्लॉयटेशन हो रही है इतने नंबर ऑफ वर्कर्स की। तो एक्सप्लॉयटेशन के देख सकते हो मार्जिनल रेवेन्यू प्रोडक्टिविटी दिखाई हुई है तो मार्जिनल वेजिस दिखाई हुई है तो एवरेज वेजिस दिखाई हुई है, मीनस मार्जिनल वेजिस मार्जिनल फिक्स्ड कॉस्ट एंड एवरेज वेजिस एवरेज फैक्टर कॉस्ट दिखाई हुई है। तो वेजिस ते प्रोडक्टिविटी दिखाई हुई है, इतने कहते जी अपनी वेजिस के थ्रू लेबर के नंबर ऑफ लेबर के थ्रू डिमांड की जा रही है वेजिस की, दैट इज अ ओ ए, लेकिन जो अपन वेजिस मिल रही है दैट इज अ ओ डबल जू। तो जी ए ई एफ डबल जू है दैट इज द एक्सप्लॉयटेशन ऑफ लेबर। एंड उस तो बाद सप्लाई एंड डिमांड दिखाई है परफेक्ट कंपीटिशन के इतने दिखाई है डिमांड फॉर लेबर। तो तुम लॉन्ग रन के परफेक्ट कंपीटिशन के डिमांड फॉर लेबर देख सकते हो सप्लाई ऑफ लेबर की इतने कॉन्सटेंट है, तो जिथे सप्लाई तो डिमांड इक्वल होंगी है लॉन्ग रन के परफेक्ट कंपीटिशन के उत्थे ही की होंगे वेज डिटरमिनेशन होंगे। तो तुम इतने देख सकते हो डिमांड फॉर लेबर डी डी इज द लैफ्ट राइट डाउनवर्ड एंड सप्लाई ऑफ लेबर है जी लॉन्ग रन के फिक्स है कि फुल इंप्लॉयमेंट की सिचुएशन है। परफेक्ट कंपीटिशन के ये असम्पशन लीती गई कि इकोनॉमी फुल इंप्लॉयमेंट है तो सप्लाई है जी लेबर की फिक्स है, एंड जिथे सप्लाई तो डिमांड इक्वल होगी उत्थे लेबर की जी वेजिस फिक्स होनी है। तो इतने एस एल सप्लाई कर्व जी लेबर है उन्होंने डिमांड कर्व जी लेबर है डी डी वो कट कर रही है पॉइंट पर इज द इक्विलिब्रियम पॉइंट जिथे ओ डबल जू जो वेज रेट है वो फिक्स होया है एंड जी ओ एस एल है दिस इज अ सप्लाई एंड डिमांड फॉर लेबर। तो इस तरह परफेक्ट कंपीटिशन के वेज रेट से डिटरमिनेशन होया है। इतने फर्म एंड इंडस्ट्रीज इक्विलिब्रियम दिखाया है, वेज रेट दिखाया है, फैक्टर डिमांड दिखाई हुई है इंडस्ट्री की एंड फर्म की। जी अपनी फैक्टर डिमांड है अपनी लेबर की डिमांड है वो किस चीज़ से डिपेंड करती है, मार्जिनल रेवेन्यू प्रोडक्टिविटी ऑफ लेबर पर डिपेंड करती है। अगर मार्जिनल रेवेन्यू प्रोडक्टिविटी लेबर की ज़्यादा होएगी तो डिमांड भी ज़्यादा होएगी, अगर मार्जिनल प्रोडक्टिविटी लेबर की घट होएगी तो डिमांड भी घट होएगी। तो जिमें जिमें आप नंबर ऑफ लेबर ज़्यादा यूज़ करते हैं तो जो अपना मार्जिनल प्रोडक्टिविटी है वो घटती जाती है। तो इतने इंडस्ट्रीज एंड फर्म्स की जी डिमांड कब वो दिखाई हुई है। ये सी अपना अज का टॉपिक जिस आपने मार्जिनल प्रोडक्टिविटी थ्योरी की है इन परफेक्ट कंपीटिशन एंड इम्परफेक्ट कंपीटिशन, डिमांड फॉर लेबर एंड सप्लाई फॉर लेबर, मार्केट जी लेबर मार्केट है वो इक्विलिब्रियम की पोजीशन उत्थे होएगी जिथे डिमांड फॉर लेबर एंड सप्लाई ऑफ लेबर इक्वल होएगी, जिथे फुल इंप्लॉयमेंट की सिचुएशन होएगी उत्थे ही जो वेज डिटरमिनेशन है वो होएगा। तो जी वेजिस है तो डिमांड फॉर लेबर है इसका डायरैक्ट रिलेशनशिप होंगे, अगर वेजिस इंक्रीज तो लेबर इनडायरैक्ट रिलेशनशिप होंगे, अगर वेजिस इंक्रीज तो लेबर की डिमांड डिक्रीज, अगर वेजिस डिक्रीज तो लेबर की डिमांड इंक्रीज होएगी। एंड सप्लाई तो वेजिस का जो है वो डायरैक्ट रिलेशनशिप होंगे। तो अज का अपना टॉपिक इत्थे ही खत्म होंदा है। धन्यवाद।